मैं अपने गुरुदेव परमात्मा साहब ਨੂੰ ਕਿਰਪਾਲ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਇਸ ਗਰੀਬ ਆਤਮਾ ਤੇ ਆਪਣੀ ਅਪਾਰ ਦਇਆ ਕਿਰਪਾ ਕੀਤੀ। ਇਸ ਪਿਆਸੀ ਆਤਮਾ ਨੂੰ ਉਹਨਾਂ ਨੇ ਨਾਮ ਦਾ ਪਾਣੀ ਦੇ ਕੇ ਸ਼ਾਂਤ ਕੀਤਾ। ਸੱਚਾਈ ਤਾਂ ਇਹ ਹੈ ਕਿ ਸੱਚਾ ਧੰਨਵਾਦ ਅਸੀਂ ਅੰਦਰ ਜਾ ਕੇ ਹੀ ਕਰ ਸਕਦੇ ਹਾਂ। ਸੰਤ ਮਹਾਤਮਾ ਸੰਸਾਰ ਦੇ ਅੰਦਰ ਸਦਾ ਹੀ ਆ ਕੇ ਉਸ ਪ੍ਰਭੂ ਦਾ ਗੁਣ ਗਾਇਨ ਕਰਦੇ ਰਹੇ। ਮਹਾਤਮਾ ਮੈਂ ਰੋਜ਼ ਹੀ ਦੱਸਦਾ, ਨਾ ਕੋਈ ਸਮਾਜ ਬਣਾਉਣ ਵਾਸਤੇ ਆਉਂਦੇ ਹੈ, ਨਾ ਕੋਈ ਪਹਿਲੀਆਂ ਬਣੀਆਂ ਤੋੜਨ ਵਾਸਤੇ ਆਉਂਦੇ ਹੈ। ਉਹ ਸਾਰੇ ਸੰਸਾਰ ਨੂੰ ਆਪਣਾ ਘਰ ਸਮਝਦੇ ਹੈ, ਸਭ ਸਮਾਜਾਂ ਨੂੰ ਆਪਣੀਆਂ ਸਮਝਦੇ ਹਨ। ਉਹ ਸਾਨੂੰ ਸਦਾ ਇਹ ਕਹਿੰਦੇ ਹੈ ਕਿ ਤੁਸੀਂ ਆਪੋ ਆਪਣੀਆਂ ਸਮਾਜਾਂ ਵਿੱਚ ਰਹੋ। ਜੋ ਸਮਾਜਾਂ ਦਾ ਤੁਹਾਡਾ ਰੀਤੀ ਰਿਵਾਜ ਹੈ ਉਹ ਵੀ ਕਰ ਲਓ। ਸਵਾਲ ਇਹ ਹੈ ਕਿ ਤੁਸੀਂ ਉਸ ਪਰਮਾਤਮਾ ਵਾਸਤੇ ਵੀ ਕੋਈ ਟਾਈਮ ਕੱਢੋ। ਫਿਰ ਅਸੀਂ ਇਹ ਕਹਾਂਗੇ ਕਿ ਅਸੀਂ ਪਰਮਾਤਮਾ ਵਾਸਤੇ ਟਾਈਮ ਕੱਢਦੇ ਹਾਂ। ਜਪ ਤਪ ਪੂਜਾ ਪਾਠ ਔਰ ਆਪੋ ਆਪਣੇ ਜੋ ਅਸੀਂ ਧਰਮ ਸਥਾਨ ਬਣਾਏ ਹੈ ਉਹਨਾਂ ਵਿੱਚ ਵੀ ਜਾਂਦੇ ਹਾਂ। ਸੰਤ ਸਾਨੂੰ ਕਿਸੇ ਵੀ ਰੀਤੀ ਰਿਵਾਜ ਤੋਂ ਵੀ ਨਹੀਂ ਹਟਾਉਂਦੇ ਗਏ, ਲੇਕਿਨ ਉਹ ਸੱਚਾਈ ਜ਼ਰੂਰ ਬਿਆਨ ਕਰਦੇ ਹੈ ਕਿ ਤੁਸੀਂ ਕੀ ਕਰੋ, ਅੰਦਰ ਜਾ ਕੇ ਸੱਚਾਈ ਨੂੰ ਦੇਖੋ। ਕਿਉਂਕਿ ਸੰਤ ਮਹਾਤਮਾ ਸਾਨੂੰ ਦੱਸਦੇ ਆ ਕਿ ਜਿਹੜੇ ਬਾਹਰ ਅਸੀਂ ਮੰਦਰ ਬਣਾਏ ਹੈ ਉਹਨਾਂ ਦੀ ਅਸੀਂ ਬੜੀ ਹੀ ਸਫਾਈ ਕਰਦੇ ਹਾਂ। ਰੋਜ਼ ਉੱਥੇ ਜਾਣਾ ਵੀ ਅੱਛਾ ਸਮਝਦੇ ਹਾਂ, ਭੈੜਾ ਖੋਟਾ ਕਰਮ ਵੀ ਨਹੀਂ ਕਰਦੇ ਗੇ। ਲੇਕਿਨ ਜਿਹੜਾ ਮੰਦਰ, ਜਿਹੜਾ ਠਾਕਰ ਦੁਆਰਾ, ਜਿਹੜਾ ਗੁਰੂ ਦੁਆਰਾ ਉਸ ਪਰਮਾਤਮਾ ਨੇ ਬਣਾਇਆ ਹੈ ਉਹਦੇ ਅੰਦਰ ਅਸੀਂ ਕਦੇ ਵੀ ਝਾਤੀ ਨਹੀਂ ਮਾਰੀ, ਨਾ ਉਹਦੀ ਸਫਾਈ ਕਰਨੀ ਧਿਆਨ ਦਿੱਤਾ ਹੈ ਕਿ ਅਸੀਂ ਕਿੰਨਾ ਵਿਸ਼ੇ ਵਕਾਰਾਂ, ਸ਼ਰਾਬਾਂ ਕਬਾਬਾਂ ਦੇ ਨਾਲ, ਮੈਂ ਮੇਰੀ ਦੇ ਨਾਲ, ਚੁਗਲੀ ਨਿੰਦਿਆ ਦੇ ਨਾਲ ਉਸ ਨੂੰ ਵਿਗਾੜੀ ਬੈਠੇ ਹਾਂ। ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ ਹੈ, ਹਰ ਮੰਦਰ ਉਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਭਰਾਵਾ ਅਗਰ ਕੋਈ ਸੱਚੇ ਤੋਂ ਸੱਚਾ ਹਰੀ ਮੰਦਰ ਹੈ, ਉਹ ਤੇਰਾ ਸਰੀਰ ਹੈ, ਤੇਰੀ ਦੇਹ, ਤੇਰਾ ਵਜੂਦ ਹੈ। ਜਦ ਵੀ ਤੈਨੂੰ ਮਾਲਕ ਦੇ ਮਿਲਣ ਦਾ ਕੋਈ ਨੌਲੇਜ ਹੋਏਗਾ, ਅੰਦਰ ਜਾ ਕੇ ਹੀ ਤੈਨੂੰ ਹੋਏਗਾ। ਸੋ ਇਸ ਵਾਸਤੇ ਜਦ ਸੰਤ ਮਹਾਤਮਾ ਸਾਨੂੰ ਇਹ ਦੱਸਦੇ ਹੈ ਕਿ ਸੱਚਾ ਹਰਮੰਦਰ ਤੁਹਾਡਾ ਸਰੀਰ ਹੈ, ਇਹ ਸਰੀਰ ਉਸ ਪਰਮਾਤਮਾ ਦੇ ਰਹਿਣ ਦੀ ਗੁਫਾ ਹੈ, ਇਹ ਹੱਡ ਚੰਮ ਮਾਸ ਦਾ ਹੀ ਨਹੀਂਗਾ। ਇਸ ਵਾਸਤੇ ਅਸੀਂ ਸਭ ਤੋਂ ਪਹਿਲਾਂ ਇਹ ਸੋਚਣਾ ਹੈ ਕਿ ਸੰਤ ਮਹਾਤਮਾ ਕਿੱਥੋਂ ਆਉਂਦੇ ਹੈ, ਉਹ ਕੀ ਕੰਮ ਕਰਦੇ ਹੈ ਔਰ ਕੀ ਮਿਸ਼ਨ ਲੈ ਕੇ ਆਉਂਦੇ ਹੈ। ਸੰਤ ਮਹਾਤਮਾ ਮਾਲਕ ਦੇ ਪਿਆਰੇ ਸੱਚਖੰਡ ਤੋਂ ਆਉਂਦੇ ਹੈ। ਉਹ ਸਾਨੂੰ ਵਿਛੜੀਆਂ ਆਤਮਾ ਨੂੰ ਨਾਮ ਦੇ ਨਾਲ ਜੋੜਦੇ ਹੈ, ਉਸ ਨਾਮ ਦੇ ਨਾਲ ਕਿ ਜਿਹੜਾ ਨਾ ਅੱਖਾਂ ਨਾਲ ਦੇਖ ਸਕਦੇ ਹੈ, ਨਾ ਕੰਨਾਂ ਨਾਲ ਸੁਣ ਸਕਦੇ ਹਾਂ ਔਰ ਉਹ ਕਿਸੇ ਵੀ ਭਾਸ਼ਾ ਦਾ ਲਫ਼ਜ਼ ਨਹੀਂਗਾ। ਸੰਤ ਵੀ ਸਾਨੂੰ ਅੰਧ ਵਿਸ਼ਵਾਸ ਨਹੀਂ ਦਿੰਦੇ ਗੇ, ਉਹ ਵੀ ਪਿਆਰ ਨਾਲ ਸਾਨੂੰ ਕਹਿੰਦੇ ਹੈ ਕਿ ਤੁਸੀਂ ਅੰਦਰ ਜਾਓ, ਉਹ ਸੱਚਾਈ ਨੂੰ ਖੁਦ ਦੇਖੋ। ਜਦ ਅਸੀਂ ਮਹਾਤਮਾ ਦੇ ਦਿੱਤੇ ਹੋਏ ਨਾਮ ਦੀ ਕਮਾਈ ਕਰਦੇ ਹਾਂ, ਜਦ ਫੈਲੇ ਹੋਏ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆਉਂਦੇ ਹਾਂ ਔਰ ਜਦ ਉਹਨੇ ਦੱਸੀ ਹੋਈ ਜੁਗਤੀ ਦੇ ਮੁਤਾਬਕ ਜਦ ਅਸੀਂ ਅਸਥੂਲ ਸਰੀਰ ਜਿਹਦੇ ਵਿੱਚ ਅੱਜ ਅਸੀਂ ਬੈਠੇ ਹਾਂ, ਇਸ ਨੂੰ ਛੱਡ ਕੇ ਅਸੀਂ ਸੂਖਸ਼ਮ ਦੇ ਵਿੱਚ ਜਾਂਦੇ ਹਾਂ। ਉੱਥੇ ਸਤਿਗੁਰੂ ਦਾ ਸਰੂਪ ਨੂਰੀ ਹੈ। ਜਦ ਅਸੀਂ ਬ੍ਰਹਮ ਦੇ ਵਿੱਚ ਜਾਂਦੇ ਹਾਂ, ਗੁਰੂ ਦਾ ਸਰੂਪ ਸ਼ਬਦ ਹੈ। ਜਦ ਅਸੀਂ ਪਾਰ ਬ੍ਰਹਮ ਦੇ ਵਿੱਚ ਜਾਂਦੇ ਹਾਂ, ਸਾਡੀ ਆਤਮਾ ਤੋਂ ਤਿੰਨੋਂ ਗੁਣ, 25 ਪ੍ਰਕਿਰਤੀਆਂ, ਮਨ ਮਾਇਆ, ਜਿਤਨੇ ਵੀ ਬੰਧਨ ਹਨ, ਜਿਤਨੇ ਵੀ ਗੁਲਾਬ ਹਨ, ਜਿਤਨੇ ਵੀ ਪਰਦੇ ਹਨ, ਇਹ ਸਾਰੇ ਉਤਰ ਜਾਂਦੇ ਹੈ। ਆਤਮਾ ਦਾ ਪੂਰਾ ਪ੍ਰਕਾਸ਼ ਹੋ ਜਾਂਦਾ ਹੈ ਔਰ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਜਿਨ੍ਹਾਂ ਸਮਾਜਾਂ ਦੇ ਅੰਦਰ ਅਸੀਂ ਜਕੜੇ ਹੋਏ ਸਾਂ ਔਰ ਸਾਡੀ ਆਤਮਾ ਤਾਂ ਇੱਕ ਰੂਹਾਨੀ ਤੋਤਾ ਹੈ, ਇਹ ਤਾਂ ਕਿਸੇ ਸਮਾਜ ਦਾ ਜੀਵ ਹੀ ਨਹੀਂਗਾ।
ਇਸ ਵਾਸਤੇ ਇਹਦਾ ਤਾਂ ਉਹੀ ਗੁਣ ਸੁਭਾਅ ਹੈ, ਉਹੀ ਜਾਤ ਹੈ ਜੋ ਪਰਮਾਤਮਾ ਦੀ ਹੈ। ਮੈਂ ਦੱਸਦਾ ਹੁੰਦਾ ਹੈ ਕਿ ਅਸੀਂ ਬਾਹਰ ਤਾਂ ਜ਼ਰੂਰ ਇਹ ਝਗੜੇ ਖੜੇ ਕਰਦੇ ਹਾਂ ਕਿ ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਈਸਾਈ ਹਾਂ, ਮੈਂ ਮੁਸਲਮਾਨ ਹਾਂ। ਲੇਕਿਨ ਜਿਹੜੇ ਸੰਤ ਮਹਾਤਮਾ ਉੱਥੇ ਪਹੁੰਚ ਜਾਂਦੇ ਹੈ ਉਹ ਸਾਨੂੰ ਦੱਸਦੇ ਹੈ ਕਿ ਪਿਆਰਿਓ, ਜਦ ਕੋਈ ਸੂਰਜ ਦੀ ਜਾਤੀ ਨਹੀਂ, ਕਿਰਨ ਦੀ ਕੀ ਹੋ ਸਕਦੀ ਹੈ? ਸੂਰਜ ਦੀ ਵੀ ਉਹੀ ਜਾਤੀ ਹੈ ਜੋ ਕਿਰਨ ਦੀ ਹੈ, ਜੋ ਕਿਰਨ ਦੀ ਹੈ ਉਹੀ ਸੂਰਜ ਦੀ ਹੈ। ਜੋ ਪਰਮਾਤਮਾ ਦੀ ਕੋਈ ਜਾਤ ਪਾਤ ਨਹੀਂ, ਤਾਂ ਸਾਡੀ ਆਤਮਾ ਦੀ ਕੀ ਹੋ ਸਕਦੀ ਹੈ? ਇਸ ਵਾਸਤੇ ਸੰਤ ਮਹਾਤਮਾ ਕਹਿੰਦੇ ਆ, ਤੁਸੀਂ ਅੰਦਰ ਜਾ ਕੇ ਆਪਣੀ ਆਤਮਾ ਤੋਂ ਸਾਰੇ ਪਰਦੇ ਲਾਹ ਕੇ ਪਾਰਬ੍ਰਹਮ ਦੇ ਵਿੱਚ ਪਹੁੰਚ ਕੇ ਦੇਖੋ ਕਿ ਆਤਮਾ ਦੀ ਕਿਹੜੀ ਜਾਤ ਹੈ, ਕਿਹੜਾ ਮਜ਼ਹਬ ਹੈ। ਸੋ ਗੁਰੂ ਸਾਹਿਬ ਕਹਿੰਦੇ ਆ, ਕਹਾਂ ਕਰੋ ਜਾਤੀ ਕਹਾਂ ਕਰੋ ਪਾਤੀ, ਰਾਮ ਕਾ ਨਾਮ ਜਪੋ ਦਿਨ ਰਾਤੀ। ਕਿਉਂ ਤੁਸੀਂ ਜਾਤਾਂ ਪਾਤਾਂ ਦੇ ਝਗੜੇ ਖੜੇ ਕਰਕੇ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋਏ ਹੋ? ਜਾਤ ਪਾਤ ਕੋਈ ਪਰਮਾਤਮਾ ਨੇ ਬਣਾ ਕੇ ਕਿਸੇ ਦੇ ਲੇਵਲ ਲਾ ਕੇ ਨਹੀਂ ਭੇਜਿਆ ਕਿ ਤੂੰ ਹਿੰਦੂ ਹੈ ਜਾਂ ਸਿੱਖ ਹੈ। ਇਹ ਜਿੰਨੀਆਂ ਵੀ ਜਾਤਾਂ ਹਨ, ਕੌਮਾਂ ਹਨ, ਇਹ ਸਾਡੇ ਆਪਣੇ ਪੇਸ਼ੇ ਤੋਂ ਇਹਨਾਂ ਦਾ ਨਾਮ ਪੈ ਗਿਆ ਹੈ। ਅਗਰ ਕਿਸੇ ਨੇ ਲੱਕੜੀ ਦਾ ਕੰਮ ਕੀਤਾ ਹੈ ਉਹਨੂੰ ਤਰਖਾਣ ਕਹਿਣ ਲੱਗ ਜਾਂਦੇ ਹੈ, ਕਿਸੇ ਨੇ ਲੋਹੇ ਦਾ ਕੰਮ ਕਰਦਾ ਹੈ ਲੋਹਾਰ ਕਹਿੰਦੇ ਹੈ, ਸੋਨੇ ਦਾ ਕੰਮ ਕਰਦਾ ਹੈ ਸੁਨਾਰ ਕਹਿੰਦੇ ਹੈ। ਸਚਾਈ ਤੇ ਇਹ ਹੈ ਕਿ ਨਾ ਕਿਸੇ ਦੀ ਆਖਰ ਜਾਤ ਹੈ, ਨਾ ਕੋਈ ਕਿਸੇ ਨੂੰ ਪੁੱਛਦਾ ਹੀ ਹੈ ਕਿ ਤੂੰ ਹਿੰਦੂ ਹੈ, ਉਸ ਨੂੰ ਆਵਾਜ਼ ਪਏਗੀ ਤੂੰ ਸਿੱਖ ਹੈ, ਪਰਮਾਤਮਾ ਉਹਨੂੰ ਮਿਲੇਗਾ ਨਹੀਂ। ਆਪ ਕਹਿਣ ਲੱਗੇ ਅਮਲੀਆਂ ਉੱਪਰ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ। ਬੁੱਲੇ ਸ਼ਾਹ ਕਹਿੰਦਾ ਹੈ, ਉੱਥੇ ਦਾ ਭਰਾਵਾ ਅਮਲ ਦੇਖੇ ਜਾਣਗੇ, ਕਰਤੂਤ ਦੇਖੀ ਜਾਊਗੀ ਕਿ ਤੇਰੇ ਕੈਸੇ ਅਮਲ ਹੈ, ਕਿੰਨਾ ਕੁ ਤੂੰ ਅਮਲ ਕਰਦਾ ਹੈ, ਕਿੰਨਾ ਕੁ ਪਰਮਾਤਮਾ ਦੇ ਨਾਲ ਤੂੰ ਰਸਾਈ ਕਰਦਾ ਹਾਂ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਉਹ ਮਾਲਕ ਦੇ ਪਿਆਰੇ ਸੱਚਖੰਡ ਤੋਂ ਆਉਂਦੇ ਹੈ ਔਰ ਸਾਡੇ ਤਰ੍ਹਾਂ ਹੀ ਉਹ ਦੇਹ ਵੀ ਰੱਖਦੇ ਹੈ, ਕੁਟੁੰਬ ਪਰਿਵਾਰ ਵਿੱਚ ਵੀ ਰਹਿੰਦੇ ਹੈ, ਸਾਡੇ ਤਰ੍ਹਾਂ ਉਹ ਖਾਂਦੇ ਪੀਂਦੇ ਹੈ। ਲੇਕਿਨ ਇੰਨੀਆਂ ਚੀਜ਼ਾਂ ਕਰਦੇ ਹੋਏ ਵੀ ਉਹ ਇਹਨਾਂ ਤੋਂ ਅਲਿਪਤ ਰਹਿੰਦੇ ਹੈ, ਅਲੱਗ ਰਹਿੰਦੇ ਹੈ। ਉਹਨਾਂ ਦਾ ਕੋਈ ਹੋਰ ਸਰੂਪ ਵੀ ਹੈ। ਸੋ ਇਸ ਵਾਸਤੇ ਉਹਨਾਂ ਦਾ ਇਸ ਤਰ੍ਹਾਂ ਦਾ ਮਿਸ਼ਨ ਹੁੰਦਾ ਹੈ, ਇਸ ਤਰ੍ਹਾਂ ਦਾ ਖਿਆਲ ਹੁੰਦਾ ਹੈ। ਜਿਸ ਤਰ੍ਹਾਂ ਲੜਕੀ ਦੀ ਸ਼ਾਦੀ ਹੋ ਜਾਂਦੀ ਹੈ, ਉਹ ਪੇਕੇ ਘਰ ਦੇ ਵਿੱਚ ਰਹਿੰਦੀ ਹੋਈ ਵੀ ਆਪਣੇ ਪਤੀ ਦੇ ਚਰਨਾਂ ਵਿੱਚ ਦਿਲ ਲਗਾ ਕੇ ਰੱਖਦੀ ਹੈ, ਉਸ ਜਗ੍ਹਾ ਉਸ ਦਾ ਖਿਆਲ ਰਹਿੰਦਾ ਹੈ। ਨਾਮਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਜਿਸ ਤਰ੍ਹਾਂ ਗਊ ਬਾਹਰ ਚਰਨ ਵਾਸਤੇ ਜਾਂਦੀ ਹੈ, ਜਿਹੜਾ ਖਿਆਲ ਹੈ ਉਹਦੇ ਵਿਛੜੇ ਵਾਸਤੇ ਹੀ ਸਾਰਾ ਦਿਨ ਹੁੰਦਾ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਜਿਸ ਪਰਮਾਤਮਾ ਦੇ ਵਿੱਚੋਂ, ਜਿਸ ਸਾਗਰ ਦੇ ਵਿੱਚੋਂ ਉਹ ਆਏ ਹੁੰਦੇ ਹੈ, ਉਹਨਾਂ ਦਾ ਖਿਆਲ ਸਦਾ ਹੀ ਉਸ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੈ ਕਿ ਮੇਰਾ ਦਿਲ ਤਾਂ ਆਉਣ ਨੂੰ ਨਹੀਂ ਕਰਦਾ ਸੀਗਾ, ਪਰ ਮੈਂ ਉਸ ਪਰਮਾਤਮਾ ਦਾ ਹੁਕਮ ਨਹੀਂ ਮੋੜ ਸਕਿਆ। ਲੇਕਿਨ ਮੇਰੀ ਜਿਹੜੀ ਸੁਰਤ ਸੀ ਉਹ ਉਹਦੇ ਚਰਨਾਂ ਦੇ ਵਿੱਚ ਹੀ ਚੁਭੀ ਰਹੀ। ਸੋ ਇਸੇ ਤਰ੍ਹਾਂ ਸੰਤ ਮਹਾਤਮਾ ਮਾਲਕ ਦੇ ਪਿਆਰੇ ਜਦ ਇਸ ਸੰਸਾਰ ਵਿੱਚ ਵੀ ਆਉਂਦੇ ਹੈ, ਉਹ ਆਪ ਨਹੀਂ ਆਉਂਦੇਗੇ, ਉਹਨਾਂ ਨੂੰ ਭੇਜਿਆ ਜਾਂਦਾ ਹੈ। ਸੋ ਇਸ ਵਾਸਤੇ ਕਾਹਦੇ ਵਾਸਤੇ ਭੇਜਿਆ ਜਾਂਦਾ ਹੈ? ਮਾਲਕ ਦੇ ਨਾਲ ਜੋੜਨ ਵਾਸਤੇ ਆਤਮਾ ਨੂੰ ਭੇਜਿਆ ਜਾਂਦਾ ਹੈ। ਸੋ ਉਹ ਸਾਨੂੰ ਆ ਕੇ ਦੱਸਦੇ ਹੈ ਕਿ ਕਿਸ ਤਰ੍ਹਾਂ ਪਰਮਾਤਮਾ ਨੂੰ ਮਿਲਣਾ ਹੈ। ਜਿਸ ਦੁਨੀਆ ਦੀ ਖਾਤਰ ਅਸੀਂ ਮਾਰੇ ਫਿਰਦੇ ਹਾਂ, ਦਿਨ ਰਾਤ ਦੌੜੇ ਫਿਰਦੇ ਹਾਂ, ਆਪਣੀ ਬਣਾਉਣ ਤੇ ਲੱਗੇ ਹੋਏ ਹਾਂ, ਇਹੀ ਸੋਚਦੇ ਹਾਂ ਕਿ ਦੁਨੀਆ ਭਾਵੇਂ ਸਾਰੀ ਭੁੱਖੀ ਮਰ ਜਾਵੇ, ਸਾਰਾ ਧਨ ਦੌਲਤ ਸਾਡੇ ਘਰ ਵਿੱਚ ਹੀ ਆ ਜਾਵੇ, ਸਾਡੇ ਹੀ ਬੱਚੇ ਠੀਕ ਰਹਿਣ, ਲੋਕਾਂ ਦੇ ਭਾਵੇਂ ਕਿੰਨੇ ਵੀ ਬਿਮਾਰ ਕਿਉਂ ਨਾ ਹੁੰਦੇ ਰਹਿਣ। ਲੇਕਿਨ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਆ, ਦੇਖੋ ਪਿਆਰਿਓ, ਤਰਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਾ ਪਾਈ ਨੀਤ। ਅਗਰ ਜੇ ਤੁਸੀਂ ਤਰੱਕੀ ਕਰਨੀ ਹੈ, ਸ਼ਬਦ ਨਾਮ ਦੇ ਵਿੱਚ ਕਰਨੀ ਹੈ, ਦੁਨੀਆ ਵਿੱਚ ਕਰਨੀ ਹੈ, ਕਿਉਂ ਤੁਸੀਂ ਕਿਸੇ ਦਾ ਬੁਰਾ ਤੱਕਦੇ ਹੋ? ਅਗਰ ਕੋਈ ਬੁਰਾਈ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣ ਵਾਲਾ ਪਰਮਾਤਮਾ ਹੈ। ਅਗਰ ਕੋਈ ਗਲਤ ਕੰਮ ਕਰਦਾ ਹੈ ਤਾਂ ਪਰਮਾਤਮਾ ਉਸ ਦੀ ਗਲਤੀ ਦਾ ਸਜ਼ਾ ਦੇ ਰਿਹਾ ਹੈ, ਫੇਰ ਦੇਵੇਗਾ। ਅਸੀਂ ਕਿਉਂ ਬੁਰਾ ਕਰਮ ਕਰਦੇ ਹਾਂ? ਸਾਡੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੁੰਦੇ ਸੀਗੇ, ਅਗਰ ਤੁਸੀਂ ਕੀਚੜ ਦੇ ਅੰਦਰ ਆਪਣੀ ਕੋਈ ਕੰਕਰ ਪੱਥਰ ਸਿੱਟੋਗੇ, ਉਹ ਛਿੱਟੇ ਤੁਹਾਡੇ ਉੱਤੇ ਹੀ ਪੈਣਗੇ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਉਹ ਦੁਨੀਆ ਅਸਤ ਹੈ, ਇਹਦਾ ਜਿਤਨਾ ਵੀ ਪਦਾਰਥ ਹੈ ਉਹ ਵੀ ਅਸਤ ਹੈ, ਸਾਡੇ ਨਾਲ ਨਹੀਂ ਜਾਏਗਾ। ਉਹ ਇੱਕ ਪਰਮਾਤਮਾ ਹੀ ਸਤ ਹੈ, ਆ ਜਗਾ ਤੋਂ ਤੁਰਿਆ ਆਉਂਦਾ ਹੈ, ਨਾ ਉਹ ਬਦਲਦਾ ਹੈ, ਨਾ ਉਹਦਾ ਕੋਈ ਭਾਈ ਹੈ, ਨਾ ਉਹਦਾ ਕੋਈ ਭੈਣ ਹੈ, ਨਾ ਕੋਈ ਬੰਧੂ ਹੈ। ਆਪ ਕਹਿਣ ਲੱਗੇ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ, ਹੁਣ ਕਿਵੇਂ ਮਿਲੀਏ? ਸੋ ਇੱਥੇ ਆ ਕੇ ਅਸੀਂ ਸਾਰੇ ਗਲਤੀ ਖਾ ਜਾਂਦੇ ਹਾਂ। ਸੰਤ ਮਹਾਤਮਾ ਸਾਨੂੰ ਦੱਸਦੇ ਆ ਕਿ ਪੜ੍ਹਾ ਸਕਦਾ ਹੈ,
जुड़िया ही जोड़ सकता है। जिहड़ा परमात्मा नाल जुड़िया है वही सानू जोड़ेगा। सो गुरु अर्जन देव जी महाराज का छोटा जिहा शब्द तुहाडे अगे रखिया जाता है, क्योंकि असी दुनियादार लोग हमेशा ही आए महात्मा की असी घट ही कदर करते हैं। जब वो संसार नूं छड्ड के चले जाते हैं उस वक्त असी उन्हां दी कदर करनी शुरू करते हैं, उन्हां दे नाम दे उपर धूप धकाउणी शुरू करते हैं। सो इस वास्ते जो महात्मा आउंदे हैं उन्हां नाल असी जैसे सलूक करते हैं, इतिहास पढ़ के भी सानू शर्म आउंदी है। तुहाडे अगे गुरु अर्जन देव जी महाराज का शब्द रखिया जाता है। इस महात्मा नूं उस वक्त की हुकूमत ने इत्थों तक कि सके भाई ने भी हुकूमत का साथ दे के आप नूं गैर मनुखी तसीहे दिते गए। अजकल के दिनों के अंदर गर्म रेत सिर विच पवाया गया और गर्म लोह के उत्ते बिठाया गया। सोच के देख लो कि यह रुत के अंदर असी आम तौर के उत्ते एयर कंडीशनर के थले बैठते हैं कि जिहड़ा महात्मा साडे उत्ते दया करन आया, परमात्मा नाल मिलाउण वास्ते आया, उसनूं असी इतने कष्ट दिते हैं कि असी कोई इंसाफ करते हैं। सो इस वास्ते इस तो वध असी मालक के पैरां नाल की बुरा करांगे। इस तरह गुरु तेग बहादुर जी महाराज शांति देण वास्ते आए, नाम नाल जोड़न वास्ते आए। उन्हां नूं भी किस तरह दुनिया दे विच ढोल वजा के चांदनी चौक के अंदर कतल कर दिता। सो गुरु हरगोबिंद नूं ग्वालियर के किले अंदर काफ़ी अरसा कैद रखा गया। गुरु नानक जी महाराज नूं भी चक्कियां पिहाइयां कैद रखा गया। इस तरह संत महात्मा ने ये बदले की सानू कोई बुरा किया। क्रैस्ट नूं जब परमात्मा ने कहा कि जे तू कहे तो मैं इन्हां नूं गर्क कर दियां, की सजा देवां? वो कहण लग्या जे तू चाहना है, दया करनी चाहना है तो इन्हां नूं बख्श दे। इन्हां नूं पता नहीं कि मैं कौन हाँ और मेरे दिल अंदर इन्हां वास्ते कितना अच्छा मैं सोच रहा है, किन्नी दया है। सो संत महात्मा इन्ना कुछ सहंदे होए भी बुरा सलूक करते होया दे उपर भी परमात्मा दे अगे अरदास करते हैं कि हे परमात्मा तू इन्हां नूं बख्श दे। इन्हां नूं पता नहीं भुलड़ जीवां नूं कि असीं आपदे वास्ते किन्ने बुरे कंडे बीज रहे हैं। सो गुरु अर्जन देव जी महाराज आपदा तजर्बा बयान करते हैं कि साडे वास्ते इस संसार दे विच पूजन दीयां दो ही चीज़ां हन, दो ही हस्तियां हन, एक परमात्मा है, एक गुरु है। क्योंकि जे गुरु ना मिलता तो परमात्मा सानू मिलता ही नहीं सीगा। परमात्मा साडे अंदर हुंदियां होया असी कदे सप बने, कदे ठूहे बने, कदे इंसान बन के दुखी हुंदे फिरे, कदे मझ घोड़ी गां दे जामे विच पए। कबीर साहब कहंदे है ऐसे घर असी अनेकां ही वसाए, माता दे गर्भ दे विच ही सानू जाना पिया। सो इस वास्ते जब तक सानू गुरु ना मिले उन्ना चिकर असी उस परमात्मा नूं अंदर हुंदियां होया पा नहीं सकदे गे जी। मारू महला पंजवा सोलहे पन्ना 1074। गुर गोपाल गुरु गोविंदा गुर दयाल सदा बख्शिंदा। गुर गोपाल गुर गोविंदा गुर दयाल सदा बख्शिंदा। आप कहते हैं गुरु ही वो परमात्मा है, गुरु ही दया करता है। अज तक परमात्मा ने जद भी किसी ते दया की है किसी ना किसी संत सतगुरु के जरिए ही की है। एक उसने जरिया बनाया होया है। वो कुल मालिक जो चाहे वो कर सकता सी, लेकिन उन्हें आपदा दया का तरीका यही बनाया। आप कहते जुग जुग भगतो पाया पैज रखदा आया। जुगां जुगां दे अंदर आप आपदे प्यारिਆਂ ਨੂੰ भेजदिया आया, उन्हां दी रखिया करदा आया। सो इस वास्ते आप कहण लगे वो दयाल है, वो बख्शिंदा है, ਉਹਦੇ अंदर बदले की भावना नहीं ਹੁੰਦੀਗੀ। सो इस वास्ते संतां दा मैं पहला उपर दस के आया सीगा कि बेशक दुनिया ने उन्होंने कष्ट दिते फिर भी वो साडे वास्ते दया ही लैके आउंदे है। सो यही गुरु अर्जन देव जी महाराज कहते हैं वो परमात्मा साडा गोपाल है, परमात्मा है और गुरु सानू बख्शदा है।
कबीर साहब कहते हैं गुर गोबिंद दोने खड़े किसके लगू पाए बलिहारी गुर अपने जिन गोबिंद दिया मिलाए। आप कहने लगे कि सेवक अभ्यास करदा सीगा, गुरु भी आ गया, गोपाल भी आ गया। दिल च ख्याल आया कि मैं किसके पैर पकड़ा, ये इकट्ठे आ गए है। लेकिन दिल च ख्याल आया कि जे गुरु ना मिलता मैं गोबिंद नूं पा ही नहीं सकता सी। गोबिंद तो पहला भी मेरे अंदर सीगा। बलिहारी गुर अपने जिन गोबिंद दिया मिलाए। गुरु नानक देव जी महाराज कहते हैं बलिहारी गुर अपने दिहाड़ी सदवार। आप कहने लगे मैं अनेक साह साह दे नाल उस दे कुर्बान जाना है, बलिहार जाना है, क्योंकि जिन मानस ते देवते किए करत न लागी वार। जिन्हां ने शराबां कबाबां खांदियां नूं, राखश बुद्धि नूं, जीवा घात करदियां नूं, आप कहने लगे जो शरण विच गए नाम दे के उसने सानू देवता बुद्धि बनाउण लग्या ने चिर ही नहीं लायागा जी। गुर गोपाल गुर गोविंदा गुर दयाल सदा बख्शिंदा। गुर शास्त्र सिमरत हट कर गुर पवित्र अस्थान साडे हिंदुआं दे अंदर खट कर्म बड़ी महानता रखते हैं। दान करना, दान लेना, विद्या पढ़नी, विद्या पढ़ाउणी, जग करना और जग कराउणा। आप कहने लगे वेदां शास्त्रां दा पाठ करना भी साडे समाजां दे अंदर बहुत जरूरी समझा गया है। असी मुक्ति समझते हैं कि अगर असी पाठ पूजा करांगे मुक्त हो जावांगे। लेकिन गुरु अर्जन देव जी महाराज का जो ख्याल है ये बहुत उच्चा है। वो कहने लगे असी जद गुरु नूं अंदर प्रगट कर लेने हैं, साडे खट शास्त्र खट कर्म भी हो गए है, सारे वेद शास्त्रां दा पाठ भी हो गया है। सो जिहड़ा समुद्र विच इशनान कर लैंदा है ਉਹਦਾ सब नदियां नालियां दे विच इशनान हो जाता है, क्योंकि सब उस दे अंदर ही जाके समाउंदे है। इसे तरह जब असी परमात्मा की भगती कर लेने हैं, गुरु राजी तो करता राजी, कर्म काल की चले ना बाजी। गुर की पूजा में सबकी पूजा, जब समुद्र नदी समाजा। जिस तरह सब नदियां समुद्र विच समा जांदियां है, इसे तरह गुरु की पूजा दे अंदर सब की पूजा आ जाती है। सो इस वास्ते महात्मा सानू दसदे है कि जद असी स्थूल शरीर दे विच बैठे हैं, क्योंकि कमाई की चीज़ है, बगैर कमाई साढ़े समझ विच नहीं आउंदी। असी ये सोचते हैं कि जैसे असी इंसान हैं ऐसे ही वो साढ़े वर्गे है। असी अच्छा बोल सकते हैं, अच्छे असी पढ़े लिखे हैं या साड़ी बुद्धि चैतन है, लेकिन नहीं। महात्मा सानू दसदे है इहदे विच बड़ा ही एक भेद हुंदा है। एक पढ़िया है, एक अनपढ़ है, दोने इंसान की शक्ल रखते हैं, लेकिन उन्हां दी अंदरों क्लासीफिकेशन का बड़ा ही फर्क हुंदा है। एक जीव विषय वकारां दे विच लिबड़िया होया है, वो विषय वकारां विच हमेशा ही लिबड़दा है। महात्मा जिहड़े हुंदे है वो प्योर और पवित्र हुंदे है, वो सुच्चे भांडे हुंदे है। उन्हां और साडा बड़ा फर्क हुंदा है। असी सौंदे हैं, वो भी सौंदे है, लेकिन साडी दुनियादारां दी सुरत उस वेले की है कि थल्ले इंद्रियां दे घाट ते जा वड़दी है। सानू बुरे सुपने आउंदे है, सानू सुत्ते पियां नूं भी चैन नहीं, शांति नहीं हुंदीगी। लेकिन महात्मा दी सुरत मन इंद्रियां दे घाट दी बजाए वो उपरले मंडलां दे विच जांदी है। सोए जागे रहे उताने, कहे कबीर हम वही टिकाणे। वो जागदे और सुत्तियां 'च कोई फर्क नहीं गा। महात्मा दा शरीर सौंदा है, आत्मा नहीं सौंदेगी। सो सुत्ते जदों असीं समझदे हां उस वेले किसी नूं सत्संग सुणाउंदे है, किसी दी संभाल कर रहे हुंदे है। आप प्यार नाल कहंदे है सतगुर जागता होर सुती भाई। सारी दुनिया मोह दी मिठी नींद सुती हुई है। अगर जागदा है प्रभु दे प्यार विच ते एक सतगुरु ही जागदा है, क्योंकि वो जाग उठिया हुंदा है। सो इस वास्ते आप प्यार दे नाल कहंदे है गुर शास्त्र सिमरत खट कर्म गुरु पवित्र स्थान। आप कहने लगे कि गुरु जिस जगह रहिंदा है वो बड़ा ही पवित्र स्थान है। गुरु कित्थे रहिंदा है? मैं दस्सिया सी कि वो सचखंड दे विचों आउंदा है, सानू नाम दिंदा है और नाम दे नाल जोड़दा है। और जैसी जैसी सेवक तरक्की करता है, अगर यह सूक्ष्म दे विच जांदा है तां
ਅਸਥੂਲ ਸਰੀਰ ਛੱਡ ਕੇ ਉਹ ਸੂਖਸ਼ਮ ਰੂਪ ਧਾਰਦਾ ਹੈ, ਕਾਰਨ ਦੇ ਵਿੱਚ ਜਾਂਦਾ ਹੈ ਤੋ ਕਾਰਨ ਸਰੂਪ ਧਾਰਦਾ ਹੈ। ਤੋ ਸਤਿਗੁਰੂ ਦਾ ਜੋ ਸਥਾਨ ਹੈ ਉਹ ਸੱਚਖੰਡ ਹੈ, ਸੱਚਖੰਡ ਦੇ ਵਿੱਚੋਂ ਹੀ ਆਉਂਦਾ ਹੈ। ਆਪ ਕਹਿਣ ਲੱਗੇ ਉਹ ਬੜਾ ਪਵਿੱਤਰ ਸਥਾਨ ਹੈ, ਉੱਥੇ ਮੈਂ ਮੇਰੀ ਨਹੀਂ ਗੀ, ਉੱਥੇ ਦੁੱਖ ਦਾ ਦਿਖਾਉਂਦਾ ਕੋਈ ਨਹੀਂ, ਉਹ ਸ਼ਾਂਤੀ ਦਾ ਦੇਸ਼ ਹੈ। ਸੋ ਕਬੀਰ ਸਾਹਿਬ ਕਹਿੰਦੇ ਦਿਨ ਸੋ ਰੈਣ ਵੇਦ ਨਹੀਂ ਸ਼ਾਸਤਰ ਯਹਾਂ ਵਸੇ ਨਿਰੰਕਾਰਾ, ਕਹੇ ਕਬੀਰ ਨਰ ਤਿਸੇ ਧਿਆਓ ਬਾਬਰਿਆ ਸੰਸਾਰਾ। ਗੁਰੂ ਅਰਜਨ ਦੇਵ ਜੀ ਵੀ ਮਹਾਰਾਜ ਕਹਿੰਦੇ ਆ ਸਾਡਾ ਵੇਦ ਸ਼ਾਸਤਰ ਜੋ ਹੈ ਉਹ ਗੁਰੂ ਹੀ ਹੈ। ਕਬੀਰ ਸਾਹਿਬ ਵੀ ਕਹਿੰਦੇ ਆ ਕਿ ਉਸ ਮੁਲਕ ਦੇ ਅੰਦਰ, ਉਸ ਧਰਤੀ ਦੇ ਅੰਦਰ, ਸੱਚਖੰਡ ਦੇ ਅੰਦਰ ਨਾ ਕੋਈ ਵੇਦ ਸ਼ਾਸਤਰੀ ਹੈ, ਨਾ ਉੱਥੇ ਕਿਸੇ ਮੁਲਕ ਦੀ ਭਾਸ਼ਾ ਹੀ ਹੈ। ਔਰ ਆਪ ਕਹਿਣ ਲੱਗੇ ਉਹ ਤਾਂ ਪਵਿੱਤਰ ਜਗ੍ਹਾ ਹੈ, ਜੋ ਉੱਥੇ ਪਹੁੰਚ ਜਾਂਦੇ ਹੈ ਉਹ ਵੀ ਪਵਿੱਤਰ ਹੈ ਜੀ। ਗੁਰ ਸ਼ਾਸਤਰ ਸਿਮਰਤ ਖਟ ਕਰੇ ਮਾਂ, ਗੁਰ ਪਵਿੱਤਰ ਅਸਥਾਨ ਹੈ। ਗੁਰ ਸਿਮਰਤ ਸਭ ਕਿਲ ਵਿਖਨਾਸੈ, ਗੁਰ ਸਿਮਰਤ ਜਮ ਸੰਗ ਨਾ ਫਾਂਸੈ। ਅਗਰ ਅਸੀਂ ਸੱਚੇ ਦਿਲੋਂ ਇਮਾਨਦਾਰੀ ਨਾਲ ਗੁਰੂ ਦਾ ਦਿੱਤਾ ਹੋਇਆ ਨਾਮ ਜਪਦੇ ਹਾਂ, ਜਿਤਨੇ ਵੀ ਕਾਲ ਦੀਆਂ ਸ਼ਕਤੀਆਂ ਹਨ, ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਕੋਈ ਵੀ ਪਰ ਨਹੀਂ ਮਾਰ ਸਕਦੀ। ਜੇ ਅਸੀਂ ਨਾਮ ਦੀ ਕਮਾਈ ਨਾ ਕਰੀਏ, ਮਹਾਤਮਾ ਸਾਨੂੰ ਕਹਿੰਦੇ ਆ ਤੁਸੀਂ ਅੰਦਰ ਜਾਓ, ਅਸੀਂ ਅੰਦਰ ਜਾਈਏ ਹੀ ਨਾ, ਜੋ ਕਹਿੰਦੇ ਉਹ ਕਰੀਏ ਹੀ ਨਾ, ਮਹਾਤਮਾ ਦਾ ਕੀ ਕਸੂਰ ਦੇ ਵਿੱਚ ਹੋ ਸਕਦਾ ਹੈ। ਅਗਰ ਅਸੀਂ ਡਾਕਟਰ ਤੋਂ ਦਵਾਈ ਲਿਆਉਂਦੇ ਹਾਂ, ਉਹਨੂੰ ਲਿਆ ਕੇ ਅਸੀਂ ਰੱਖ ਦਿੰਦੇ ਹਾਂ, ਅਗਰ ਉਹ ਖਾਈਏ ਹੀ ਨਾ ਤਾਂ ਡਾਕਟਰ ਦਾ ਕੀ ਕਸੂਰ ਹੈ। ਸੋ ਡਾਕਟਰ ਜਦ ਦਵਾਈ ਦਿੰਦਾ ਹੈ ਉਹ ਕੁਛ ਨਾ ਕੁਛ ਹਦਾਇਤ ਵੀ ਕਰਦਾ ਹੈ, ਸਾਧਨ ਵੀ ਦੱਸਦਾ ਹੈ, ਪਰਹੇਜ਼ ਵੀ ਦੱਸਦਾ ਹੈ। ਇਸੇ ਤਰ੍ਹਾਂ ਸੰਤ ਮਹਾਤਮਾ ਜਦ ਨਾਮ ਦਿੰਦੇ ਹੈ, ਸ਼ਬਦ ਰੂਪ ਹੋ ਕੇ ਸਾਡੇ ਅੰਦਰ ਬੈਠਦੇ ਹੈ, ਉਹ ਵੀ ਸਾਨੂੰ ਕੁਛ ਹਦਾਇਤਾਂ ਦੱਸਦੇ ਹੈ ਕਿ ਪਿਆਰੇ ਬੱਚਿਓ ਅਗਰ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਕੋਈ ਵੀ ਕਾਲ ਦੀ ਸ਼ਕਤੀ ਤੰਗ ਨਹੀਂ ਕਰੇਗੀ ਜੀ। ਗੁਰ ਸਿਮਰਤ ਸਭ ਕਿਲ ਵਿਖਨਾਸੈ, ਗੁਰ ਸਿਮਰਤ ਜਮ ਸੰਗ ਨਾ ਫਾਸੈ। ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਟੇ ਦੁਨੀਆ ਦੇ ਵਿੱਚ ਕੋਈ ਵੀ ਪਾਣੀ ਨੂੰ ਇਹ ਤਾਕਤ ਨਹੀਂ ਕਿ ਸਾਡੇ ਮਨ ਨੂੰ ਨਿਰਮਲ ਕਰ ਦੇ। ਆਪ ਕਹਿਣ ਲੱਗੇ ਮਨ ਨੂੰ ਨਿਰਮਲ ਕਿਸ ਚੀਜ਼ ਨਾਲ ਕਰਨਾ ਹੈ, ਜੋ ਗੁਰੂ ਸਿਮਰਨ ਦਿੰਦਾ ਹੈ। ਸੋ ਗੁਰੂ ਸਿਮਰਨ ਸਾਨੂੰ ਕੋਈ ਕਿਤਾਬਾਂ ਦੇ ਵਿੱਚੋਂ ਨਹੀਂ ਦਿੰਦਾਗਾ, ਉਹ ਕਿਸੇ ਦਾ ਸੁਣਿਆ ਸੁਣਾਇਆ ਨਹੀਂ ਦਿੰਦਾਗਾ। ਇਹ ਪੂਰੇ ਮਹਾਤਮਾ ਦੀ ਵਿੱਚ ਫਰਕ ਹੁੰਦਾ ਹੈ। ਉਹ ਆਪਣਾ ਕਮਾਇਆ ਹੋਇਆ ਹੀ ਨਾਮ ਦਿੰਦਾ ਹੈ, ਸਿਮਰਨ ਦਿੰਦਾ ਹੈ। ਮਹਾਰਾਜ ਸਾਵਣ ਸਿੰਘ ਦੇ ਪਾਸ ਕਿਸੇ ਪ੍ਰੇਮੀ ਨੇ ਬਾਤ ਕਰੀ ਕਿ ਜੀ ਫਲਾਨਾ ਆਦਮੀ ਨੇ ਸਿਮਰਨ ਪੁੱਛ ਲਿਆ। ਉਹ ਹੱਸ ਪਏ, ਕਹਿਣ ਲੱਗੇ ਦੇਖੋ ਵੀ ਪਿਆਰਿਓ, ਕੁੱਤਾ ਅਗਰ ਕਪਾਹ ਦੇ ਬੀਜ ਦੀ ਲੰਘ ਜਾਵੇ ਤਾਂ ਉਹ ਸੂਟ ਨਹੀਂ ਬਣਾ ਸਕਦਾਗਾ, ਅਗਰ ਝਾੜੇਗਾ ਤਾਂ ਮਾਲਕ ਦੇ ਖੇਤ ਵਿੱਚ ਹੀ ਝਾੜੇਗਾ। ਨਾਮ ਲਫ਼ਜ਼ ਨਹੀਂ ਹੁੰਦਾਗਾ, ਨਾਮ ਤਾਂ ਮਹਾਤਮਾ ਦੀ ਤਵੱਜੋ ਹੁੰਦੀ ਹੈ। ਤਵੱਜੋ ਨਾਲ ਹੀ ਉਹ ਸੁਰਤ ਨੂੰ ਅੰਦਰ ਖਿੱਚਦੇ ਹੈ। ਉਹਨਾਂ ਵਾਸਤੇ ਦੂਰ ਜਾਂ ਨੇੜੇ ਦਾ ਫਰਕ ਨਹੀਂ ਪੈਂਦਾ ਹੁੰਦਾਗਾ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ, ਅਗਰ ਕੋਈ ਮਨ ਨੂੰ ਪਵਿੱਤਰ ਕਰਨ ਦੀ ਦੁਆਈ ਹੈ, ਉਹ ਹੈ ਗੁਰੂ ਦਾ ਦਿੱਤਾ ਹੋਇਆ ਸਿਮਰਨ। ਉਹ ਸਿਮਰਨ ਕਰਨ ਦੇ ਨਾਲ, ਕਿਉਂਕਿ ਸਿਮਰਨ ਜੋ ਹੈ ਉਹ ਝਾੜੂ ਦਾ ਕੰਮ ਕਰਦਾ ਹੈ। ਜਿਸ ਤਰ੍ਹਾਂ ਝਾੜੂ ਦੇ ਨਾਲ ਅਸੀਂ ਮਕਾਨ ਨੂੰ ਸਾਫ਼ ਕਰਦੇ ਹਾਂ, ਸਭ ਗੰਦ ਬਾਹਰ ਕੱਢ ਦਿੰਦੇ ਹਾਂ, ਇਸੇ ਤਰ੍ਹਾਂ ਜੇ ਅਸੀਂ ਦੁਨੀਆ ਦਾ ਸਿਮਰਨ ਛੱਡ ਕੇ ਸਤਿਗੁਰਾਂ ਦਾ ਦਿੱਤਾ ਹੋਇਆ ਸਿਮਰਨ ਕਰੀਏ, ਸਾਡੇ ਅੰਦਰ ਜਿਤਨਾ ਵੀ ਕੂੜਾ ਕਰਕਟ ਅਸੀਂ ਕੀਤਾ ਹੈ ਇਕੱਠਾ, ਇਹ ਸਾਰਾ ਹੀ ਬਾਹਰ ਨਿਕਲ ਜਾਂਦਾ ਹੈ। ਮਨ ਪਿਓਰ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ ਜੀ। ਗੁਰ ਸਿਮਰਤ ਮਨ ਨਿਰਮਲ ਹੋਵੇ, ਗੁਰ ਕਾਟੇ ਅਪਮਾਨ ਹੈ। ਗੁਰ ਕਾ ਸੇਵਕ ਨਰਕ ਨ ਜਾਏ, ਗੁਰ ਕਾ ਸੇਵਕ ਪਰ ਬ੍ਰਹਮ ਤੇ ਆਏ।
ਪਿਆਰ ਨਾਲ ਕਹਿੰਦੇ ਹੈ ਕਿ ਨਰਕਾਂ ਦੀ ਅੱਗ ਤੋਂ ਸਾਰੇ ਹੀ ਡਰਦੇ ਹੈ। ਕੋਈ ਸਾਨੂੰ ਛਾਤੀ ਤੇ ਹੱਥ ਧਰ ਕੇ ਇਹ ਨਹੀਂ ਕਹਿ ਸਕਦਾਗਾ ਕਿ ਵੀ ਮੈਂ ਤੇਰਾ ਜ਼ਿੰਮੇਵਾਰ ਹਾਂ ਜਾਂ ਤੈਨੂੰ ਨਰਕ ਤੋਂ ਬਚਾ ਲੂੰਗਾ। ਇਹ ਇੱਕ ਸਤਿਗੁਰੂ ਹੀ ਹੁੰਦਾ ਹੈ, ਉਸ ਦੀ ਦਇਆ ਹੁੰਦੀ ਹੈ। ਅਨੇਕਾਂ ਪ੍ਰੇਮੀਆਂ ਦੇ ਪੱਤਰਾਂ ਤੋਂ ਪਤਾ ਲੱਗਦਾ ਹੈ, ਤਾਰਾਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸਤਿਗੁਰੂ ਸੱਤ ਸਮੁੰਦਰੋਂ ਪਾਰ ਵੀ ਆਪਣੀਆਂ ਪਿਆਰੀਆਂ ਆਤਮਾ ਦੀ ਸੰਭਾਲ ਕਰ ਰਿਹਾ ਹੁੰਦਾ ਹੈ। ਇੱਥੋਂ ਤੱਕ ਕਿ ਜਿਨ੍ਹਾਂ ਨੂੰ ਨਾਮ ਵੀ ਨਹੀਂ ਮਿਲਿਆ ਹੁੰਦਾਗਾ, ਉਹਨਾਂ ਨੇ ਘਰ ਦੇ ਅੰਦਰ ਥੋੜ੍ਹਾ ਬਹੁਤਾ ਪਿਆਰ ਕੀਤਾ ਹੁੰਦਾ, ਗੁਰੂ ਦੇ ਮੁਤਲਕ ਸੁਣਿਆ ਹੁੰਦਾ ਹੈ, ਔਰ ਜਾਂ ਕੋਈ ਪਿਕਚਰ ਉਹਨਾਂ ਦੀ ਹਸਪਤਾਲ ਦੇ ਅੰਦਰ ਹੀ ਲਾਈ ਹੁੰਦੀ ਹੈ ਜਿੱਥੇ ਕੋਈ ਮਰੀਜ਼ ਦਾ ਮੰਜਾ ਹੁੰਦਾ ਹੈ, ਉਹਦੀ ਵੀ ਸੰਭਾਲ ਹੁੰਦੀ ਹੈ। ਅਨੇਕਾਂ ਸਤਸੰਗੀ ਜਦ ਇੰਟਰਵਿਊ ਦੇ ਵਿੱਚ ਮਿਲਦੇ ਆ ਕੇ ਉਹ ਕਹਿੰਦੇ ਆ ਕਿ ਅਸੀਂ ਮਹਿਸੂਸ ਕੀਤਾ ਉੱਥੇ ਗੁਰੂ ਦੀ ਮੌਜੂਦਗੀ ਨੂੰ ਕੀਤਾ, ਲੇਕਿਨ ਉਸ ਨੂੰ ਨਾਮ ਨਹੀਂ ਸੀਗਾ। ਸੋ ਪਿਆਰਿਓ, ਇਹ ਸੰਤ ਸਤਿਗੁਰਾਂ ਦੀ ਦਇਆ ਹੁੰਦੀ ਹੈ ਕਿ ਜੀਵ ਨੂੰ ਜਮ ਦੇ ਹਵਾਲੇ ਨਹੀਂ ਕਰ ਦੇਗੇ। ਹਾਂ, ਅਗਰ ਬੱਚਾ ਕੋਈ ਕਸੂਰ ਕਰਦਾ ਹੈ, ਜਿਸ ਤਰ੍ਹਾਂ ਕੋਈ ਬਾਦਸ਼ਾਹ ਦਾ ਬੱਚਾ ਹੈ ਕਸੂਰ ਕਰਦਾ ਹੈ, ਤਾਂ ਬਾਦਸ਼ਾਹ ਵੀ ਕਾਨੂੰਨ ਦੇ ਮੁਤਾਬਕ ਸਜ਼ਾ ਜ਼ਰੂਰ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਵੀ ਜੇ ਇਹ ਜੀਵ ਉਹਨਾਂ ਦੇ ਕਹੇ ਮੁਤਾਬਕ ਪਵਿੱਤਰ ਖਿਆਲ ਨਹੀਂ ਕਰਦਾਗਾ, ਭੈੜੇ ਖੋਟੇ ਕਰਮ ਕਰਦਾ ਹੈ, ਉਹ ਜ਼ਰੂਰ ਇਸ ਨੂੰ ਜਨਮ ਸੰਸਾਰ ਵਿੱਚ ਦੇਵੇਗਾ, ਔਰ ਲੇਕਿਨ ਜਮਾਂ ਦੇ ਹਵਾਲੇ ਨਹੀਂ ਕਰਦਾਗਾ ਜੀ। गोरे का सेवक नरक न जाए, गुर का सेवक पार ब्रह्म ते आए। गुर का सेवक साध संग पाए, गुर कर ਨਿਤ ਜੀਦਾਨਾ ਹੈ। ਅਸੀਂ ਜਦ ਗੁਰੂ ਦੇ ਸੇਵਕ ਬਣ ਜਾਂਦੇ ਹਾਂ, ਮੈਂ ਸ਼ੁਰੂ 'ਚ ਹੀ ਦੱਸਿਆ ਸੀਗਾ ਕਿ ਜਦੋਂ ਅਸੀਂ ਆਪਣੀ ਆਤਮਾ ਤੋਂ ਅਸਤੂਲ ਸੂਖਸ਼ਮ ਸਾਰੇ ਪਰਦੇ ਲਾ ਲੈਂਦੇ ਹਾਂ, ਮਨ ਮਾਇਆ ਦੇ ਗੁਲਾਫ ਉਤਾਰ ਲੈਂਦੇ ਹਾਂ, 25 ਪ੍ਰਕਿਰਤੀਆਂ ਦੇ ਗੁਲਾਫ ਉਤਾਰ ਲੈਂਦੇ ਹਾਂ, ਪਾਰ ਬ੍ਰਹਮ ਦੇ ਵਿੱਚ ਪਹੁੰਚ ਕੇ ਹੀ ਅਸੀਂ ਗੁਰੂ ਦੇ ਸੱਚੇ ਸੇਵਕ ਬਣਦੇ ਹਾਂ। ਜਦ ਸਾਡੀ ਉਸ ਜਗ੍ਹਾ ਤੇ ਜਾ ਕੇ ਸਾਧ ਗਤੀ ਹੋ ਜਾਂਦੀ ਹੈ, ਫਿਰ ਸਾਨੂੰ ਹਮੇਸ਼ਾ ਹੀ ਮਾਲਕ ਦੇ ਪਿਆਰਿਆਂ ਦੀ ਸੰਗਤ ਔਰ ਸੋਭਤ ਹੀ ਚੰਗੀ ਲੱਗਦੀ ਹੈ। ਸੱਚਾਈ ਤੇ ਇਹ ਹੁੰਦੀ ਹੈ, ਗੱਲ ਨਾ ਕਰਨ ਯਾਰ ਦੀ ਜਿੱਥੇ ਉਹ ਸਭਾ ਦੁਰਕਾਰ ਨਹੀਂ। ਐਸੇ ਪ੍ਰੇਮੀ ਦੀ ਇਹ ਹਾਲਤ ਹੋ ਜਾਂਦੀ ਹੈ ਕਿ ਜਿੱਥੇ ਉਹਦੇ ਗੁਰੂ ਦੀ ਕੋਈ ਗੱਲ ਨਾ ਹੁੰਦੀ ਹੋਵੇ, ਉਹ ਸਭਾ ਦੇ ਵਿੱਚ ਉਹ ਬਹਿਣਾ ਹੀ ਗਵਾਰ ਨਹੀਂ ਸਮਝਦਾਗਾ। ਹਮੇਸ਼ਾ ਉਸ ਜਗ੍ਹਾ ਹੀ ਜਾਂਦਾ ਹੈ ਕਿ ਜਿੱਥੇ ਉਹਦੇ ਗੁਰੂ ਦੀ ਮਹਿਮਾ ਹੁੰਦੀ ਹੋਵੇ, ਉਹਦੇ ਗੁਰੂ ਦੀ ਗੱਲ ਹੁੰਦੀ ਹੋਵੇ। ਇੱਕ ਔਰਤ ਦਾ ਜਾਂ ਕਿਸੇ ਮਰਦ ਦਾ ਕਿਸੇ ਦੇ ਨਾਲ ਪਿਆਰ ਹੁੰਦਾ ਹੈ, ਹਾਲਾਂਕਿ ਦੁਨਿਆਵੀ ਪਿਆਰ ਹੁੰਦਾ ਹੈ। ਤੁਸੀਂ ਦੇਖ ਲਓ, ਆਨੀ ਬਹਾਨੀ ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ। ਜੇ ਸਿੱਖ ਅੰਦਰ ਜਾ ਕੇ ਸੇਵਕ ਬਣ ਜਾਵੇ, ਕੀ ਉਹ ਗੁਰੂ ਨੂੰ ਭੁੱਲ ਜਾਏਗਾ? ਜਿਹੜੇ ਲੋਕ ਇਹ ਕਹਿੰਦੇ ਆ ਜੀ ਅਸੀਂ ਸਿਮਰਨ ਨਹੀਂ ਕਰ ਸਕਦੇਗੇ, ਅਸੀਂ ਅਭਿਆਸ ਨਹੀਂ ਕਰ ਸਕਦੇਗੇ, ਉਹਨਾਂ ਵਿੱਚ ਕੀ ਕਮੀ ਹੈ? ਇਹੀ ਕਮੀ ਹੈ ਕਿ ਉਹਨਾਂ ਨੇ ਨਾਮ ਤਾਂ ਜ਼ਰੂਰ ਲੈ ਲਿਆ ਦੇਖਾ ਦੇਖੀ, ਲੇਕਿਨ ਕਮਾਈ ਨਹੀਂ ਕਰਦੇਗੇ। ਨਾ ਕਮਾਈ ਕਰਨੇ ਕਰਕੇ ਬਹਾਨੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਸੰਤ ਮਹਾਤਮਾ ਬੜੇ ਪਿਆਰ ਨਾਲ ਕਹਿੰਦੇ ਆ ਕਿ ਤੁਸੀਂ ਕਰੋ, ਦੇਖੋ ਤਾਂ ਸਹੀ, ਤੁਸੀਂ ਸੇਵਕ ਬਣ ਕੇ ਤਾਂ ਦੇਖੋ ਕਿ ਕੀ ਸੇਵਕ ਨੂੰ ਮਾਨ ਮਿਲਦਾ ਹੈ ਜੀ। ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀਦਾਨਾ ਹੈ। ਗੁਰਦੁਆਰੇ ਹਰ ਕੀਰਤਨ ਸੁਣੀਏ, ਸਤ ਗੁਰ ਭੇਟ ਹਰ ਜਸ ਮੁਖ ਪਾਣੀਏ। ਕਲ ਕਲੇਸ਼ ਮਿਟਾਏ ਸਤ ਗੁਰ, ਹਰ ਦਰਗਹਿ ਦੇਵੇ ਮਾਨਾ ਹੈ। ਅਸੀਂ ਉਸ ਨੂੰ ਕੀਰਤਨ ਕਹਿ ਲਈਏ, ਆਵਾਜ਼ ਕਹਿ ਲਈਏ, ਕਿਉਂਕਿ ਉਹ ਪਰਮਾਤਮਾ ਸਾਡੇ ਅੰਦਰ ਜੋਤ ਰੂਪ ਔਰ ਨਾਦ ਰੂਪ ਹੋ ਕੇ ਬੈਠਾ ਹੋਇਆ ਹੈ। ਆਪਣਾ ਪ੍ਰਕਾਸ਼ ਵੀ ਸਾਡੇ ਅੰਦਰ ਰੱਖਦਾ ਹੈ, ਆਪਣੀ ਆਵਾਜ਼ ਵੀ ਰੱਖਦਾ ਹੈ। ਕਿਸੇ ਮਹਾਤਮਾ ਨੇ ਉਸ ਨੂੰ ਹਰੀ ਕੀਰਤਨ ਕਿਹਾ ਹੈ, ਕਿਸੇ ਨੇ ਉਸ ਨੂੰ ਅਕਥ ਕਥਾ ਕਿਹਾ ਹੈ, ਕਿਸੇ ਨੇ ਬਾਂਗ ਕਿਹਾ ਹੋਇਆ ਹੈ ਔਰ ਸਭ ਤੋਂ ਉੱਚੀ ਬਾਂਗ। ਕਿਸੇ ਨੇ ਉਸ ਨੂੰ ਆਕਾਸ਼ ਬਾਣੀ ਕਿਹਾ ਹੈ ਕਿ ਉਹ ਆਕਾਸ਼ ਕਿਆ ਉੱਪਰੋਂ ਸੱਚਖੰਡ ਤੋਂ ਉਹ ਬਾਣੀ ਆ ਰਹੀ ਹੈ। ਇਸ ਵਾਸਤੇ ਮਹਾਤਮਾ ਕਹਿੰਦੇ ਆ ਕਿ ਉਸ ਕੀਰਤਨ ਨੂੰ
ਜੋ ਅਖੰਡ ਕੀਰਤਨ ਹੈ, ਜਿਹੜਾ ਕਿ ਜੀਵਨ ਤੋਂ ਲੈ ਕੇ ਮਾਤਾ ਦੇ ਪੇਟ ਦੇ ਵਿੱਚ ਜਦ ਪੈਦਾਇਸ਼ ਹੁੰਦੀ ਹੈ ਉਸ ਤੋਂ ਲੈ ਕੇ ਮੌਤ ਤੱਕ ਉਹ ਕੀਰਤਨ ਬੰਦ ਹੀ ਨਹੀਂ ਹੁੰਦਾਗਾ। ਆਪ ਕਹਿਣ ਲੱਗੇ ਉਸ ਕੀਰਤਨ ਨੂੰ ਅਸੀਂ ਕਦੋਂ ਸੁਣ ਸਕਦੇ ਹਾਂ? ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਜਾਂਦੇ ਹਾਂ, ਨਾਮਦਾਨ ਪ੍ਰਾਪਤ ਕਰਦੇ ਹਾਂ। ਸੋ ਇਸ ਵਾਸਤੇ ਆਪ ਕਹਿਣ ਲੱਗੇ ਉਹ ਕੀਰਤਨ ਜਿਹੜਾ ਹੈ ਉਹ ਗੁਰੂਆਂ ਦੇ ਦੁਆਰੇ ਹੋ ਕੇ ਅਸੀਂ ਸੁਣ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਨੇ ਉਸ ਨੂੰ ਕਿਤੇ ਉਹਨੂੰ ਸੱਚੀ ਬਾਣੀ ਕਿਹਾ ਹੈ, ਕਿਤੇ ਹਰੀ ਕੀਰਤਨ, ਕਿਤੇ ਅਕਥ ਕਥਾ ਕਿਹਾ ਹੈ, ਕਿਤੇ ਧੁਰ ਕੀ ਬਾਣੀ ਕਿਹਾ ਹੈ। ਸੋ ਆਪ ਕਹਿਣ ਲੱਗੇ ਕਿ ਅੰਤਰ ਜੋਤ ਨਿਰੰਤਰ ਬਾਣੀ ਸੱਚੇ ਸਹਿਬ ਸਿਉ ਲਿਵਲਾਈ। ਉਹ ਸਭ ਦੇ ਅੰਦਰ ਬਾਣੀ ਹੈ, ਸਭ ਦੇ ਅੰਦਰ ਉਹ ਰਾਮ ਨਾਮ ਦੀ ਜੋਤ ਜਗ ਰਹੀ ਹੈ, ਉਹਦੇ ਵਿੱਚ ਉਹ ਬਾਣੀ ਹੈ। ਆਪ ਕਹਿਣ ਲੱਗੇ ਜਿਹੜੇ ਮਹਾਤਮਾ ਉਸ ਬਾਣੀ ਨੂੰ ਸੁਣਦੇ ਹੈ ਉਹ ਇਹ ਨਹੀਂ ਕਹਿੰਦੇ ਕਿ ਬਾਣੀ ਇੱਕ ਬੰਦੇ ਦੇ ਅੰਦਰ ਹੈ ਜਾਂ ਉਹ ਧਰਮ ਗ੍ਰੰਥਾਂ ਦੇ ਅੰਦਰ ਹੀ ਹੈ, ਬਲਕਿ ਉਹ ਕਹਿੰਦੇ ਪੂਰੇ ਗੁਰੂ ਕੀ ਬਾਣੀ ਸਭ ਮਾਹੇ ਸਮਾਣੀ, ਆਪ ਸੁਣੀ ਤਾਂ ਆਪ ਖਾਣੀ। ਆਪ ਕਹਿਣ ਲੱਗੇ ਉਹ ਜਿਸ ਬਾਣੀ ਦਾ ਜ਼ਿਕਰ ਗੁਰੂ ਸਾਹਿਬ ਕਰਦੇ ਹੈ ਉਹ ਹਰ ਇੱਕ ਦੇ ਅੰਦਰ ਕੀ ਪਸ਼ੂ ਕੀ ਪੰਛੀ ਕੀ ਇਨਸਾਨ ਕੀ ਹਵਾਨ ਉਹ ਹਰ ਇੱਕ ਦੇ ਸਮਾਈ ਹੋਈ ਹੈ, ਸਭ ਨੂੰ ਉਹ ਜੀਵਨ ਦਿੰਦੀ ਹੋਈ ਹੈ। ਸੋ ਮਹਾਤਮਾ ਅੰਦਰ ਵੜ ਕੇ ਉਸ ਬਾਣੀ ਨੂੰ ਸੁਣ ਰਹੇ ਹੈ, ਉਸ ਕੀਰਤਨ ਨੂੰ ਸੁਣ ਰਹੇ ਹੈ, ਔਰ ਸਾਨੂੰ ਵੀ ਸੁਣਨ ਵਾਸਤੇ ਉਹ ਬੜੀ ਦਇਆ ਕਰਕੇ ਸੁਣਨ ਦਾ ਸਾਧਨ ਔਰ ਤਰੀਕਾ ਦੱਸਦੇ ਹੈ। ਸੋ ਇਸ ਵਾਸਤੇ ਜਿੱਥੋਂ ਉਹ ਆਵਾਜ਼ ਆਉਂਦੀ ਹੈ ਸੱਚਖੰਡ ਤੋਂ ਉੱਠਦੀ ਹੈ, ਸਾਡੇ ਸਭ ਦੇ ਮੱਥੇ ਦੇ ਪਿੱਛੇ ਧੁਨਕਾਰਾਂ ਦਿੰਦੀ ਹੈ। ਜਦ ਉਸ ਆਵਾਜ਼ ਨੂੰ ਪਕੜ ਕੇ ਅਸੀਂ ਸੱਚਖੰਡ ਜਿੱਥੋਂ ਕੋਈ ਆਉਂਦੀ ਹੈ ਪਹੁੰਚ ਜਾਂਦੇ ਹੈ, ਉਹ ਪ੍ਰਭੂ ਵੀ ਸਾਨੂੰ ਆਪਦੇ ਕੁਲਾਵੇ ਵਿੱਚ ਲੈ ਲੈਂਦਾ ਹੈ, ਆਪਣਾ ਮਾਨ ਦੇ ਦਿੰਦਾ ਹੈ ਜੀ। ਕਲ ਕਲੇਸ਼ ਮਿਟਾਏ ਸਤਿਗੁਰ ਹਰ ਦਰਗਹਿ ਦੇਵੈ ਮਾਨਾਏ। ਅਗਮ ਅਗੋਚਰ ਗੁਰੂ ਦਿਖਾਇਆ ਊਲਾ ਮਾਰਗ ਸਤਿਗੁਰ ਪਾਇਆ। ਗੁਰ ਸੇਵਕ ਕੋ ਵਿਗਨ ਨ ਭਗਤੀ ਹਰ ਪੂਰ ਦਿੜਾਇਆ ਗਿਆਨ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਇਹ ਬੰਸਾਵਲੀ ਗੁਰੂ ਕੰਮ ਨਹੀਂ ਕਰ ਸਕਦੇ ਗੇ, ਇਹ ਤਾਂ ਕਮਾਈ ਦਾ ਕੰਮ ਹੈ, ਇਹ ਗੱਲਾਂ ਦਾ ਮਜਬੂਨ ਨਹੀਂਗਾ। ਕਹਿ ਅਸੀਂ ਜ਼ਰੂਰ ਲੈਨੇ ਹੈ, ਇਹ ਤਾਂ ਪਿਆਰਿਓ ਕਮਾਈ ਵਾਲੇ ਦਾ ਹੀ ਕਰਤੱਵ ਹੈ। ਕਹਿਣ ਲੱਗੇ ਗੁਰੂ ਕੀ ਕਰਦਾ ਹੈ ਅਗਮ, ਜਿੱਥੇ ਕਿਸੇ ਦੀ ਗਮਤਾ ਨਹੀਂ, ਅਗੋਚਰ ਜੋ ਅਸੀਂ ਇਹਨਾਂ ਅੱਖਾਂ ਨਾਲ ਦੇਖ ਨਹੀਂ ਸਕਦੇਗੇ ਉਹ ਵੀ ਰਸਤੇ ਦੇ ਵਿੱਚ ਦਿਖਾਉਂਦਾ ਹੈ, ਉੱਥੇ ਲੈ ਜਾਂਦਾ ਹੈ। ਔਰ ਸੇਵਕ ਭੁੱਲਦੇ ਆਏ ਹੈ, ਸਤਿਗੁਰੂ ਸਾਥ ਹੈ, ਹਰ ਮੰਜ਼ਿਲ ਤੇ ਸਾਥ ਹੈ, ਔਰ ਉਹ ਰਸਤਾ ਦੱਸਦਾ ਹੈ। ਇਸ ਵਾਸਤੇ ਸਮਝਾਉਂਦਾ ਹੈ ਕਿ ਬੇਟਾ ਇਹ ਕਾਲ ਦੇ ਮੰਡਲ ਹੈ, ਇਹ ਦਿਆਲ ਦੇ ਮੰਡਲ ਹੈ, ਕਿਉਂਕਿ ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਕਾਲ ਨੇ ਕਿਸ ਤਰ੍ਹਾਂ ਜੀਵਾਂ ਦੀਆਂ ਡੋਰੀਆਂ ਛਪਾ ਕੇ ਰੱਖੀਆਂ ਹੋਈਆਂ ਹਨ, ਔਰ ਕਿਸ ਤਰ੍ਹਾਂ ਉਹਨੇ ਅੰਦਰ ਕੁਰਰੇ ਭੂਲ ਭੁਲਈਆਂ ਬਣਾਈਆਂ ਹੋਈਆਂ ਹਨ। ਅਗਰ ਸਾਨੂੰ ਇਸ ਜਗ੍ਹਾ ਦੇ ਵਿੱਚ ਵੀ ਦੁਨੀਆ ਦੇ ਵਿੱਚ ਜਿੱਥੇ ਅਸੀਂ ਰੋਜ਼ ਦੌੜੇ ਫਿਰਦੇ ਹਾਂ ਨਾ ਪਤਾ ਹੋਵੇ, ਅਸੀਂ ਪੈਰ ਪੈਰ ਤੇ ਭੁੱਲਦੇ ਹਾਂ, ਇੱਕ ਦੂਸਰੇ ਤੋਂ ਪੁੱਛਦੇ ਹਾਂ ਕਿ ਇੱਥੋਂ ਸੜਕ ਬੰਬੇ ਨੂੰ ਕਿੱਧਰ ਦੀ ਜਾਏਗੀ, ਜਾਂ ਅਸੀਂ ਰਾਜਸਥਾਨ ਜਾਣਾ ਹੈ, ਕਿਸ ਜਗ੍ਹਾ ਕਿਹੜਾ ਰਸਤਾ ਜਾਏਗਾ। ਅਗਰ ਅਸੀਂ ਉਸ ਰਸਤੇ ਦੇ ਵਿੱਚ ਪਹਿਲਾਂ ਜਾਂਦੇ ਆਉਨੇ ਹਾਂ, ਅਸੀਂ ਆਪਣੀ ਕਾਰ ਨੂੰ ਦੜਾਈ ਜਾਵਾਂਗੇ, ਸਾਨੂੰ ਰੁਕਣ ਦੀ ਜ਼ਰੂਰਤ ਨਹੀਂ। ਸੋ ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਆ ਗੁਰ ਸੇਵਕ ਕੋ ਬਿਗਨ ਨਾ ਭਗਤੀ। ਗੁਰੂ ਦੇ ਸੇਵਕ ਨੂੰ ਕੋਈ ਬਿਗਨ ਨਿਕਾਲ ਦੀ ਸ਼ਕਤੀ ਪਾ ਸਕਦੀਗੀ, ਕਿਉਂਕਿ ਸਤਿਗੁਰਾਂ ਨੇ ਪੂਰਾ ਰਸਤਾ, ਪੂਰਾ ਨਾਮ ਉਸ ਨੂੰ ਦਿੱਤਾ ਹੋਇਆ ਹੈ। ਪੂਰਾ ਗੁਰੂ ਹਮੇਸ਼ਾ ਹੀ ਸਾਥ ਹੁੰਦਾ ਹੈ। ਗੁਰੂ ਇਹ ਨਹੀਂ ਕਹਿੰਦਾਗਾ ਤੁਸੀਂ ਇਕੱਲੇ ਅੰਦਰ ਜਾਓ, ਉਹ ਕਹਿੰਦਾ ਹੈ ਤੂੰ ਕਰਕੇ ਦੇਖ, ਮੈਂ ਪਹਿਲਾਂ ਤੇਰੇ ਸਾਥ ਖੜਾ ਹਾਂ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਇੱਕ ਬੱਚਾ ਹੈ, ਜੇ ਉਹ ਘਰੇ ਸਕੂਲ ਦੇ ਵਿੱਚ ਨਾ ਜਾਵੇ, ਘਰੇ ਬੈਠਾ ਅਰਦਾਸਾਂ ਕਰੀ ਜਾਵੇ ਕਿ ਜੀ ਮੈਨੂੰ ਤੁਸੀਂ ਪਾਸ ਕਰੋ, ਮੈਂ ਪੜ੍ਹਨਾ ਤਾਂ ਚਾਹੁੰਦਾ ਨਹੀਂਗਾ, ਕੀ ਉਹ ਉਮੀਦ ਕਰ ਸਕਦਾ ਹੈ ਕਿ ਮੈਂ ਪਾਸ ਹੋਊਂਗਾ? ਕੀ ਉਹਦੀਆਂ ਅਰਦਾਸਾਂ ਉਸ ਨੂੰ ਪਾਸ ਕਰ ਦੇਣਗੀਆਂ? ਜਿੱਥੇ ਉਹ ਅਰਦਾਸਾਂ ਕਰਦਾ ਹੈ, ਧੂਪ ਦਿਖਾਉਂਦਾ ਹੈ, ਉੱਥੇ ਉਹਦਾ ਹੱਕ ਇਹ ਵੀ ਬਣਦਾ ਹੈ ਕਿ ਹਿੰਮਤ ਕਰੇ, ਸਕੂਲ ਦੇ ਅੰਦਰ ਜਾਵੇ। ਸਕੂਲ ਜਾਏਗਾ, ਉਸ ਨੂੰ ਉਸਤਾਦ ਉਸ ਦਾ ਕਹੇਗਾ ਪੜ੍ਹ ਬਈ, ਤਾਂ ਉਹ ਪਾਸ ਹੋਣ ਦੀ ਉਮੀਦ ਕਰ ਸਕਦਾ ਹੈ, ਪਾਸ ਹੋ ਵੀ ਜਾਂਦਾ ਹੈ। ਮਿਹਨਤੀ ਬੱਚੇ ਸਦਾ ਹੀ ਪਾਸ ਹੁੰਦੇ ਆਏ ਹੈ। ਇਸੇ ਤਰ੍ਹਾਂ ਸਾਡਾ ਸਕੂਲ ਕਿਹੜਾ ਹੈ, ਇਹ
ਦੋਨਾਂ ਅੱਖਾਂ ਦੇ ਦਰਮਿਆਨ ਹੈ, ਕਿਉਂਕਿ ਸਾਡਾ ਸੱਚਖੰਡ ਜਾਣ ਦਾ ਰਸਤਾ ਹੀ ਇਹ ਹੈ। ਸੋ ਇਸ ਵਾਸਤੇ ਸਭ ਤੋਂ ਪਹਿਲਾਂ ਸੇਵਕ ਦਾ ਕੰਮ ਕੀ ਹੈ ਕਿ ਬਾਹਰ ਧੂਪ ਦਿਖਾਉਣ ਦੀ ਬਜਾਏ, ਬੇਨਤੀਆਂ ਕਰਨ ਦੀ ਬਜਾਏ ਹਿੰਮਤ ਕਰੇ, ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਇਸ ਜਗ੍ਹਾ ਦੇ ਉੱਤੇ ਆਏ। ਅਗਰ ਇਸ ਜਗ੍ਹਾ ਦੇ ਉੱਤੇ ਜਾਵੇ ਤਾਂ ਉਹਨੂੰ ਪਤਾ ਲੱਗਦਾ ਹੈ ਕਿ ਜਿਹੜਾ ਪੂਰਾ ਗੁਰੂ ਹੈ ਉਹ ਪਹਿਲਾਂ ਹੀ ਇੱਥੇ ਮਿਲੇਗਾ ਉਸਨੂੰ। ਉਹ ਕਹੇਗਾ ਵੀ ਪਕੜ ਧੁੰਨ ਚੱਲ ਉੱਪਰ। ਇਹੀ ਪੂਰੇ ਗੁਰੂ ਦਾ ਕੰਮ ਹੈ। ਸੋ ਇਸ ਵਾਸਤੇ ਆਪ ਕਹਿੰਦੇ ਆ ਗੁਰੂ ਦੇ ਸੇਵਕ ਨੂੰ ਕੋਈ ਕਾਲ ਦੀ ਸ਼ਕਤੀ ਜਿਹੜੀ ਹੈ ਉਹਨੂੰ ਤੰਗ ਨਹੀਂ ਕਰ ਦੇਗੀ, ਵਿਘਨ ਨਹੀਂ ਪਾ ਸਕਦੀ, ਕਿਉਂਕਿ ਪੂਰੇ ਗੁਰੂ ਦਾ ਸਿਰ ਤੇ ਪਿਆਰ ਭਰਿਆ ਹੱਥ ਹੈ ਜੀ। और सेवक को बिघन न पागती, हर पूर दृढ़ाया ज्ञान है, गुर दृष्टाया सबनी ठाई, जल थल पूर रहा ऊंच ऊन सब एक समाना, मन लागा सहज ਧਿਆਨਾ ਹੈ। ਸੰਤ ਮਹਾਤਮਾ ਨਾ ਤਾਂ ਕਿਸ ਦੀ ਨਿੰਦਿਆ ਹੀ ਕਰਨ, ਨਾ ਆਪਦੇ ਸੇਵਕਾਂ ਨੂੰ ਇਜਾਜ਼ਤ ਹੀ ਦੇਣ ਕਿ ਵੀ ਤੁਸੀਂ ਕਿਸੇ ਦੀ ਨੁਕਤਾਚੀਨੀ ਕਰੋ ਜਾਂ ਨਿੰਦਿਆ ਕਰੋ। ਨਾ ਉਹ ਇਹ ਕਹਿਣ ਕਿ ਅਸੀਂ ਚੰਗੇ ਹਾਂ, ਸਾਥੋਂ ਲੋਕ ਬੁਰੇ ਹੈ। ਐਸੀ ਗੱਲ ਕਮਾਈ ਵਾਲੇ ਮਹਾਤਮਾ ਦੇ ਕਦੇ ਵੀ ਦਿਲ ਵਿੱਚ ਨਹੀਂ ਆਏਗੀ। ਨਾ ਉਹ ਐਸੀਆਂ ਗੱਲਾਂ ਲੈ ਕੇ ਆਉਂਦਾ ਹੈ ਜਿਸ ਦੇ ਦਿਲ ਵਿੱਚ ਇਹ ਹੈ ਕਿ ਮੈਂ ਸਹੀ ਹੈ, ਦੂਸਰਾ ਗਲਤ ਹੈ। ਮਾਲਕ ਉਸ ਨੂੰ ਪਰਦਾ ਖੋਲਦਾ ਹੀ ਨਹੀਂ, ਉਸ ਨੂੰ ਆਪਦੇ ਘਰ ਅੰਦਰ ਜਗ੍ਹਾ ਹੀ ਨਹੀਂ ਦਿੰਦਾਗਾ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਹੈ ਜੋ ਪੂਰੇ ਗੁਰਾਂ ਦੇ ਦੱਸੇ ਹੋਏ ਉਪਦੇਸ਼ ਦੇ ਉੱਤੇ ਚੱਲਦੇ ਹੈ। ਗੁਰੂ ਕੀ ਕਰਦਾ ਹੈ, ਉਸ ਨੂੰ ਆਪਦੇ ਪੁਲਾਵੇ ਵਿੱਚ ਲੈ ਕੇ ਕਮਾਈ ਜਦੋਂ ਕਰਦਾ ਹੈ, ਉਹਨੂੰ ਹਰ ਜਗ੍ਹਾ ਉਹ ਪਰਮਾਤਮਾ ਦਿਸਦਾ ਹੈ। ਜਲ 'ਚ ਵੀ ਉਹ ਹੈ, ਥਲ 'ਚ ਵੀ ਉਹ ਹੈ, ਕੋਈ ਐਸੀ ਜਗ੍ਹਾ ਨਹੀਂ। ਅਸੀਂ ਜਵਾਨ ਨਾਲ ਤਾਂ ਸਾਰੇ ਕਹਿੰਦੇ ਆ ਕਿ ਵੀ ਏਕਤਾ ਕਰੋ, ਏਕਤਾ ਕਰੋ, ਖੁਦ ਆਪ ਉਸ ਏਕਤਾ ਦੇ ਉੱਤੇ ਅਸੀਂ ਚੱਲਦੇ ਨਹੀਂ। ਤੁਸੀਂ ਸੋਚ ਕੇ ਦੇਖ ਲਓ, ਆਪ ਵੀ ਝੂਠ ਬੋਲਦੇ ਆ, ਲੋਕਾਂ ਨੂੰ ਵੀ ਅਸੀਂ ਧੋਖਾ ਦੇ ਬੈਠਦੇ ਹਾਂ, ਝੂਠ ਦੇ ਲਾ ਦਿੰਦੇ ਹਾਂ। ਕਦੇ ਬਾਹਰੋਂ ਏਕਤਾ ਹੋਈ ਹੈ? ਏਕਤਾ ਤਾਂ ਸਾਡੀ ਆਪਦੀ ਅੰਦਰ ਹੀ ਨਹੀਂਗੀ। ਮਨ ਸਾਡਾ ਵਿਸ਼ੇ ਵਿਕਾਰਾਂ ਨੂੰ ਜਾਂਦਾ ਹੈ, ਆਤਮਾ ਪ੍ਰਭੂ ਨੂੰ ਪਾਉਣਾ ਚਾਹੁੰਦੀ ਹੈ। ਕੋਈ ਇੰਦਰੀ ਸਾਨੂੰ ਕਿਸੇ ਪਾਸੇ ਖੱਟੇ ਮਿੱਠੇ ਸਵਾਦਾਂ 'ਚ ਭੱਜੀ ਫਿਰਦੀ ਹੈ। ਜਾਂ ਸਾਡੇ ਆਪ ਦੇ ਅੰਦਰ ਏਕਤਾ ਨਹੀਂ, ਅਸੀਂ ਦੁਨੀਆ ਦੇ ਵਿੱਚ ਏਕਤਾ ਕੀ ਕਰ ਸਕਦੇ ਹਾਂ? ਬੇਸ਼ੱਕ ਸਮਾਜਿਕ ਲੋਕ ਦਿਨ ਰਾਤ ਏਕਤਾ ਦਾ ਪ੍ਰਚਾਰ ਕਰ ਰਹੇ ਹੈ, ਲੇਕਿਨ ਕਿੰਨੀਆਂ ਕੁ ਏਕਤਾ ਹੁੰਦੀਆਂ ਹਨ? ਇੱਕ ਦੋ ਦਲ, ਅਨੇਕਾਂ ਹੀ ਸਮਾਜ ਹੋਰ ਬਣ ਜਾਂਦੇ ਹੈ ਜਿੰਨਾ ਅਸੀਂ ਜ਼ਿਆਦਾ ਜ਼ੋਰ ਦਿੰਦੇ ਹਾਂ। ਏਕਤਾ ਤਾਂ ਸੱਚਾਈ ਹੈ ਕਿ ਸੰਤਾਂ ਮਹਾਤਮਾ ਦੀ ਸੰਗਤ ਔਰ ਸੋਭਤ ਦੇ ਵਿੱਚ ਜਾ ਕੇ ਆਉਂਦੀ ਹੈ। ਕਿਵੇਂ ਆਉਂਦੀ ਹੈ? ਜਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹ ਪਰਮਾਤਮਾ ਇੱਕ ਹੈ ਔਰ ਉਹ ਸਭ ਦੇ ਅੰਦਰ ਹੈ, ਅੰਦਰੋਂ ਹੀ ਉਹ ਮਿਲ ਸਕਦਾ ਹੈ। ਪਰਮਾਤਮਾ ਜੋ ਹੈ ਉਹ ਸਭ ਊਚ ਊਨ, ਕਿਆ ਉਹ ਬੜੇ ਦਾ ਵੀ ਉਹੀ ਹੈ, ਛੋਟੇ ਦਾ ਵੀ ਉਹ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਹੈ ਕਿ ਹਾਥੀ ਦੀ ਚੰਗਿਆੜ ਤੋਂ ਮੁਗਰੇ ਸੁਣੇਗਾ, ਕੀੜੀ ਦੀ ਉਹ ਪਹਿਲਾਂ ਸੁਣ ਲਵੇਗਾ। ਤੁਸੀਂ ਸੋਚ ਕੇ ਦੇਖ ਲਓ ਕਿ ਜਿਹੜੇ ਅਸੀਂ ਦਿਨ ਰਾਤ ਕਤਲ ਕਰਨ ਲੱਗੇ ਪਏ ਹਾਂ, ਗਾਈਆਂ, ਮੱਝਾਂ, ਬੱਕਰੀਆਂ, ਭੇਡਾਂ ਨੂੰ ਆਪਣੀ ਖੁਰਾਕ ਬਣਾ ਰਹੇ ਹਾਂ, ਕੀ ਅਸੀਂ ਕਦੇ ਸੋਚਿਆ ਹੈ ਕਿ ਪਰਮਾਤਮਾ ਇਹਨਾਂ ਵਿੱਚ ਵੀ ਹੈ? ਹੋ ਸਕਦਾ ਹੈ ਸਾਡੇ ਤੁਹਾਥੋਂ ਚੰਗੇ ਇਨਸਾਨ ਹੋਣ, ਅੱਜ ਕਰਮਾਂ ਦੀ ਵਜ੍ਹਾ ਦੇ ਨਾਲ ਉਹ ਇਹਨਾਂ ਜੂਨੀਆਂ ਦੇ ਵਿੱਚ ਆ ਗਏ ਹੈ। ਫਿਰ ਅਸੀਂ ਦਾਅਵਾ ਕਰਦੇ ਹਾਂ ਕਿ ਅਸੀਂ ਰੱਬ ਦੇ ਪਿਆਰੇ ਹਾਂ, ਅਸੀਂ ਰੱਬ ਦੇ ਭਗਤ ਹਾਂ। ਤੁਸੀਂ ਸੋਚ ਕੇ ਦੇਖ ਲਓ, ਅਸੀਂ ਇਹ ਆਪਣੇ ਆਪ ਤਾਂ ਕਹਿੰਦੇ ਹਾਂ, ਲੇਕਿਨ ਜਦ ਪਰਮਾਤਮਾ ਦੇ ਦਰ ਜਾਂਦੇ ਹਾਂ ਫਿਰ ਪਤਾ ਲੱਗਦਾ ਕਿ ਅਸੀਂ ਕਿਤਨੇ ਕੁ ਭਗਤ ਹੁੰਦੇ ਹਾਂ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਉਗੜ ਗਿਆ ਉਹ ਖੋਟਾ ਢਬੂਆ ਜਦ ਨਦਰ ਸਰਾਫਾ ਆਇਆ। ਉਹ ਪਰਮਾਤਮਾ ਦੇ ਜਦੋਂ ਅਸੀਂ ਪਾਸ ਜਾਂਦੇ ਹਾਂ, ਪਤਾ ਲੱਗਦਾ ਕਿ ਅਸੀਂ ਕਿੰਨੇ ਕੁ ਨੇਕ ਹਾਂ, ਕਿੰਨੇ ਕੁ ਅਸੀਂ ਚੰਗੇ ਹਾਂ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਹੈ, ਰਾਮ ਚਰੋਖੇ ਬੈਠ ਕੇ ਸਭ ਕਾ ਚਾਰਾ ਲੈ, ਜਾਂ ਕੀ ਜੈਸੀ ਚਾਕਰੀ ਤਾਂ ਕੋ ਤੈਸਾ ਦੇ। ਆਪ ਕਹਿਣ ਲੱਗੇ ਗੁਰੂ ਨੂੰ ਮਿਲਣ ਦਾ ਕੀ ਫਾਇਦਾ ਹੈ ਕਿ ਉਹ ਸਾਨੂੰ ਦੱਸਦਾ ਹੈ ਕਿ ਜਿਹੜੀ ਜਲਦੀ ਮਛਲੀ ਹੈ ਉਹਦੇ ਵਿੱਚ ਵੀ ਪਰਮਾਤਮਾ ਹੈ, ਜਿਹੜਾ ਛੋਟਾ ਪੂਰਾ ਹੈ ਉਹਦੇ ਵਿੱਚ ਵੀ ਉਹ ਪਰਮਾਤਮਾ ਹੈ, ਉੜਦੇ ਪੰਛੂ ਅੰਦਰ ਵੀ ਪਰਮਾਤਮਾ ਹੈ। ਮਹਾਤਮਾ ਦਾ ਪਿਆਰ ਹਰ ਇੱਕ ਦੇ ਨਾਲ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀਗੇ ਕਿ ਇੱਕ ਆਦਮੀ ਹਜ ਨੂੰ ਜਾਂਦਾ ਸੀਗਾ ਔਰ ਉਹ ਰਸਤੇ ਦੇ ਅੰਦਰ ਇੱਕ ਮਸਜਿਦ ਦੇ ਅੰਦਰ ਉਸਨੇ ਰਾਤ ਕੱਟੀ। ਉੱਥੇ ਉਹਦੇ ਪਾਸ
ਕੁਛ ਖਾਣਾ ਸੀਗਾ, ਖਾਣੇ 'ਚ ਰਾਤ ਨੂੰ ਕੀੜੀਆਂ ਚੜ੍ਹ ਗਈਆਂ। ਜਦੋਂ ਉਹਨੇ 10-12 ਮੀਲ ਦੇ ਉੱਤੇ ਜਾ ਕੇ ਖਾਣਾ ਖਾਣ ਦਾ ਖਿਆਲ ਆਇਆ, ਜਦ ਦੇਖਿਆ ਕਿ ਇਹਨਾਂ ਦੇ ਵਿੱਚ ਤਾਂ ਬਹੁਤ ਸਾਰੀਆਂ ਕੀੜੀਆਂ ਹਨ, ਉਹ ਕਮਾਈ ਵਾਲਾ ਸੀਗਾ। ਦਿਲ 'ਚ ਖਿਆਲ ਆਇਆ ਕਿ ਕੋਈ ਆਪਦੇ ਅੰਡੇ ਛੱਡਿਆ ਹੀ ਹੈ, ਕੋਈ ਆਪਦੇ ਬੱਚੇ ਛੱਡਿਆ ਹੀ ਹੈ। ਮੈਂ ਅਗਰ ਇੱਥੇ ਖਾਣਾ ਖਾਧਾ, ਰੋਟੀਆਂ ਝਾੜ ਦਿੱਤੀਆਂ, ਤਾਂ ਇਹ ਸਾਰੇ ਆਪਦੇ ਬੱਚਿਆਂ ਤੋਂ ਵਿਛੜ ਜਾਣਗੀਆਂ। ਕਿਉਂ ਨਾ ਮੈਂ ਉੱਥੇ ਜਾ ਕੇ ਇਹਨਾਂ ਨੂੰ ਛੱਡ ਕੇ ਆਵਾਂ। ਸੋ ਇਸ ਵਾਸਤੇ ਉੱਥੋਂ 12 ਮੀਲ ਫਿਰ ਵਾਪਸ ਆਇਆ। ਉੱਥੇ ਆ ਕੇ ਉਹਨੇ ਆਪਦੀਆਂ ਰੋਟੀਆਂ ਨੂੰ ਝਾੜਿਆ ਤਾਂ ਕਿ ਆਪਦੇ ਬੱਚਿਆਂ ਨੂੰ ਮਿਲਣ। ਸੋ ਮਹਾਰਾਜ ਜੀ ਕਹਿੰਦੇ ਹੁੰਦੇ, ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਉਹਨਾਂ ਦਾ ਪਰਮਾਤਮਾ ਦੇ ਬੱਚਿਆਂ ਨਾਲ ਵੀ ਪਿਆਰ ਹੈ, ਪਰਮਾਤਮਾ ਦੇ ਜੀਆਂ ਨਾਲ ਵੀ ਪਿਆਰ ਹੁੰਦਾ ਹੈ ਜੀ। ऊंचयूं सब एक समाना, मन लागा सहज त्याना है। गुर मिलिए सब तृष्ण बुझाई, गुर मिलिए न जो सत संतोख दिया गुर पूरे, नाम अमृत पी पाना है। अगर असी संतां दे दिते हुए नाम की कमाई करके अंदर चले जाने हैं, साडियां जोड़ा मन सानू हिरन की तरह बाहर भटकाउंदा है, सब तृष्णा खत्म हो जांदियां हैं, अंदर सत संतोख आ जाता है। जिस नूं कछु ना चाहिए सोई शहनशाह। कौन शहनशाह है? जिन्हों किसी चीज़ की जरूरत नहीं गी। नाम नूं पा के साडे अंदर अपने आप ही संतोख आ जाता है, सबर आ जाता है। सो इस वास्ते आप कहने लगे ये सानू नाम दे नाल जुड़न दा फायदा हुंदा है। सो महाराज जी कहानी सुणाउंदे हुंदे सीगे सावण सिंह के अमीर खुसरो मुल्तान दे बादशाह दा नौकर सीगा। आखिर वो चेला निजामुद्दीन औलिया दा सीगा। दिल च ख्याल आया कि आखिरी जो उम्र है वो गुरु दे चरणों में जाके बिताई जावे। रिटायरमेंट ले ली, आपदे धन दे ऊंट लद ले। करंसी उदों चांदी दी हुंदी सीगी और रस्ते दे विच उत्थों चल पिया, दिल्ली नूं चाले पा ले। एक उन्हां दा सेवक सीगा निजामुद्दीन औलिया दा। उसने दिल दे विच ये ख्याल किया कि लड़की की शादी करनी है। संतां दे कोले काफ़ी लोग आउंदे जांदे है, काफ़ी चढ़ावा चढ़ते होने हैं, चलो आपां उन्हां तो कोई पैसे ले आइए, लड़की की शादी करांगे। क्योंकि असी लोकां नूं बहुत सारा ये वहम भरम हुंदा है, सानू नहीं पता हुंदा कि महात्मा दा लंगर जिहड़ा है वो किन्ना मुश्किल दे नाल चल रहा हुंदा है और किन्नी वो दया दे नाल सतगुरु उन्हां दा चला रहा हुंदा है। सो इस वास्ते असी तो लोग अपने ही अंदाजे लाउने हैं कि इतने आदमी इत्थे आ गए है, पता नहीं इत्थे की कुछ दे गए होणगे। सो वो भी सेवक इहो जिहे ख्याल लैके उन्हां दे पास चलिया गया। कहन लग्या पीर जी मैं लड़की की शादी करनी है, कुछ दिओ। वो कहन लग्या कोई गल नहीं भी सेवका, तैनूं पता ही है लंगर तो मस्ती रहिंदा है, तू साडे कोले बैठ, जितना भी शाम तक कोई चढ़ावा आएगा वो तू लै जाई। हुण उत्थे किहने चढ़ावा चाढ़ना सीगा और शाम तक बैठा रहा, अगले दिन भी बैठा, तीसरे दिन भी बैठा। आखिर कहन लगा महाराज जी जो परमात्मा ना देवे फकीरां ने की देना है। टुटिया दिल लेके उतों तुरन लग्या। निजामुद्दीन औलिया कहन लग्या देख भी प्यारिया तू आ मेरी जुत्ती पई है, ये ले जा। हुण दिल च ख्याल आया कि फकीरां ने तो नंगे भुखे हुंदे, इन्हां ने की देना है। हुण जे जुत्ती मैं छड़ दित्ती मता मैनूं बददुआ ना दे देण। वो जुत्ती चुक के उत्थों तुरन लग्या। अगे अमीर खुसरो भी उन्होंने रस्ते दे विच मिलिया। जिवें जिवें वो बंदा अमीर खुसरो दे नज़दीक हो रहा सीगा, उसनूं आपदे मुरशद दी महक आउणी शुरू हो गई, खुशबू आउणी शुरू हो गई। दिल दे विच ख्याल आया कि इत्थे मुरशद दा आश्रम बड़ा दूर है, खुशबू आ रही है, ये की गल है। आखिर जिमें जिमें वो नेड़े आया, जब वो बंदा कोल दी लंघिया तो खुशबू पिछों आनी शुरू हुई। दिल च ख्याल आया जो राज है, सच्चाई है, हकीकत है, वो इस बंदे दे पास ही है। उसनूं घलियार के पुछण लग्या क्यों भी प्यारिया तू कित्थों आया है, किधर जाना है। उन्हें आपकी हालत दसी। कहंदा जी मैं की दसां,
मैं लड़की की शादी करनी है। ख्याल तो यह सीगा कि निजामुद्दीन औलिया महाराज जी मैनू लड़की वास्ते कोई पैसे देणगे, लेकिन जब परमात्मा कुछ ना देवे फकीरां ने की देना सी, ये तो आप नंगे भुखे हुंदे है। सो वो खामोश रहा। कहन लग्या फिर तैनू उन्होंने कुछ दिता भी? वो कहन लगा जी देना की सी, आ उन्हां दे टुटे जे जोड़े हैगे आ। मैं आख्या जी मैं ना चक्के तो किते बददुआ ना दे देण। वो कहन लग्या कि तू की लैना है इन्हां दा? हुण वो जे मुल करे तो जिसका भरोसा ही नहीं सीगा वो की मुल करना सी उसने। वो कहन लगा जी मुल काहदा है, जो मर्जी तुसी दे दिओ। उसने कहन लगा देख भी मैं मुल तो इहदा तार नहीं सकदा गा कि इहदा किन्ना मुल है, लेकिन जो मेरे पास है मैं वो तेनू सारा कुछ दे सकदा है। आपदे बच्चियां दा, बीवी दा, ऊंट धंधा रख लिया, बाकी जितने ऊंट सी सारे उसके हवाले कर दिते। उथों जुत्ती सिर दे उत्ते चुक के निजामुद्दीन औलिया दे पास पहुंचिया, लिया के जुत्ती उन्हां दे अगे रख दिती। कहन लगे आ जी तुसी पहरो। वो कहन लगे कि अमीर खुसरो तू एक कितने दी जुत्ती मुल लई है? वो कहन लग्या जी मैं दे तां इहदा कोई सकदा नहीं सीगा, जो मेरे पास सी मैं वो दे दिता है। ये भी उसने दया कीती है कि मैनू दे दिती है। सो प्यारिओ तुसी देख लो वो अंदर जांदा सीगा, इस वास्ते उन्होंने तृष्णा नहीं सीगी, ओदा गुरु नाल प्यार सी। उन्होंने पता सी कि गुरु कुल मालिक है। बुल्ले शाह ने कहा सीगा कि गुरु खाली भांडे भरदा है, गुरु जो चाहे सो करदा है। सो इस वास्ते जे असी सारे इस ख्याल नूं समझ जाइए सारे कुंदन हो जाइए। सो महात्मा सानू दसदे है साडी की हालत हुंदी है। जिस तरह कोई महात्मा कथा करदा हुंदा सीगा और बिल्ली दे सिर उपर उसने दीवा रख लेना। बिल्ली दी बड़ी उन्हें प्रैक्टिस कराई सीगी कि जितना चिर कथा हुंदी रहे उतना चिर वो नहीं किसी पासे जाती सी। लोकां ने क्योंकि भोले लोग भी हुंदे आ, हर एक आदमी का यह ख्याल होया कि पता नहीं इस महात्मा की कितनी की सिद्धि कीती होएगी कि जानवर भी ये वस विच है। देखो बिल्ली इधर उधर सिर नहीं हिलाउंदी, तेल का भरिया दीवा सिर दे उत्ते उसी तरह जगदा रहिंदा है। और भोलियां दे विच चित्र भी हुंदे आ। एक चित्र आदमी ने सोचा कि देखिए तो सही इस नूं चूहा तो दिखाइए किते ना किते, भला ये बिल्ली फिर हिलदी है टपदी है या नहीं टपदी। उसने की कीता, किसी पिंजरे दे अंदर चूहा पकड़ के उस नूं ढक के उत्थे लै गया। कथा हो रही सी, जो प्रेमी लोग प्यार नाल कथा सुन रहे सी, आपो अपने ध्यान दे विच सीगे। उसने हौली के देने कपड़ा उस पिंजरे तो चुक दिता। जो बिल्ली की नज़र वो चूहे दे उपर पई वो झपटी तो तेल का दीवा जिहड़ा सीगा वो डुल गया, उत्थे अंधेरा हो गया। सारे लोग कहन लगे कि देखो बई अज तक तो यह बिल्ली कदे टप्पी नहीं सी, इन्हें तेल ही नहीं डोलिया सी, अज की हो गया। वो चतरा आदमी कहन लग्या कि देखो बई बिल्ली उन्ना चिर संत नहीं सी, महात्मा सी, जिन्ना चिकर इहनूं नज़र विच चूहा नहीं पिया सीगा। सो यही हालत साडी है जी, असीं अंदर नहीं जांदे गे। असीं तृष्णा तो उन्ना चिकर ही बचे हैं जिन्ना चिकर असीं जवान नाल गल्लां करदे हैं। लेकिन जदों बिल्ली की तरह जो चूहा नज़र दे विच आउंदा है फिर पता लगता है कि असीं कितने क अच्छे आदमी हैं, किन्नी क साडी तृष्णा साडे विचों गई हुई है। सो इस वास्ते जे असीं अंदर जाइए शब्द नूं प्रगट कर लईए। आप कहण लगे साडे अंदर सबर संतोख आ जाता है जी। सत संतोख दिया गुर पूरे, नाम अमृत पी पाना है। गुर की बाणी सब माहे समाणी, आप सुनी तै आप वखाणी। जिन जिन जपी तेई सब निस्तरे, तिन पाया निश्चल थाना है। सत गुर की महिमा सत गुर जाने, जो किछ करे सो आप
ਪਦ ਕੁਰਬਾਨਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਛੀ ਤਰ੍ਹਾਂ ਸਾਨੂੰ ਇਹ ਛੋਟੇ ਜਿਹੇ ਸ਼ਬਦ ਦੇ ਵਿੱਚ ਸਮਝਾ ਦਿੱਤਾ ਕਿ ਸਾਡਾ ਰਿਸ਼ਤਾ ਗੁਰੂ ਨਾਲ ਕੀ ਹੈ। ਉਹ ਪਰਮਾਰਥ ਦਾ ਰਿਸ਼ਤਾ ਹੈ। ਸਾਡਾ ਗੁਰੂ ਨੂੰ ਅਸੀਂ ਕੀ ਸਮਝਦੇ ਹਾਂ, ਪਰਮਾਤਮਾ ਸਮਝਦੇ ਹਾਂ। ਗੁਰੂ ਔਰ ਪਰਮਾਤਮਾ ਦੇ ਵਿੱਚ ਅਸੀਂ ਕੋਈ ਫਰਕ ਨਹੀਂ ਸਮਝਦੇ ਜੇ। ਅਗਰ ਗੁਰੂ ਨਾ ਮਿਲਦਾ ਅਸੀਂ ਪਰਮਾਤਮਾ ਨੂੰ ਪਾ ਹੀ ਨਾ ਸਕਦੇ। ਔਰ ਇਸੇ ਤਰ੍ਹਾਂ ਆਪ ਪਿਆਰ ਨਾਲ ਦੱਸਦੇ ਹੈ ਕਿ ਸਭ ਕੁਝ ਕਹਿ ਕੇ ਕਿ ਜਦੋਂ ਗੁਰੂ ਮਿਲ ਜਾਂਦਾ ਹੈ ਅੰਦਰ ਜਾ ਕੇ ਅਸੀਂ ਸ਼ਬਦ ਨਾਮ ਦੀ ਕਮਾਈ ਕਰਦੇ ਹਾਂ। ਸਾਡੇ ਅੰਦਰੋਂ ਜਿਹੜਾ ਮਨ ਹਿਰਨ ਦੀ ਇਸ ਤਰ੍ਹਾਂ ਸਾਨੂੰ ਤ੍ਰਿਸ਼ਨਾ ਦੇ ਮਗਰ ਭਟਕਾਉਂਦਾ ਹੈ ਉਸ ਨੂੰ ਸ਼ਾਂਤ ਆ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਸਾਨੂੰ ਸੋਚਣਾ ਚਾਹੀਦਾ ਹੈ ਕਿ ਮਹਾਤਮਾ ਜੋ ਸਾਨੂੰ ਸ਼ਬਦ ਨਾਮ ਦਾ ਭੇਦ ਦਿੰਦੇ ਹੈ ਸਾਨੂੰ ਕਮਾਈ ਕਰਨੀ ਚਾਹੀਦੀ ਹੈ। ਜਦੋਂ ਅਸੀਂ ਕਮਾਈ ਕਰਦੇ ਹਾਂ ਫੈਲੇ ਹੋਏ ਖਿਆਲ ਨੂੰ ਅੱਖਾਂ ਦੇ ਪਿੱਛੇ ਲਿਆਉਂਦੇ ਹਾਂ ਫਿਰ ਸਾਡੇ ਮਨ ਨੂੰ ਸਬਰ ਆ ਜਾਂਦਾ ਹੈ, ਸੰਤੋਖ ਆ ਜਾਂਦਾ ਹੈ। ਨਹੀਂ ਤਾਂ ਪਤਾ ਨਹੀਂ ਸਾਡਾ ਜਾਨੀ ਦੁਸ਼ਮਣ ਮਨ ਸਾਡੇ ਅੰਦਰ ਬੈਠਾ ਹੈ। ਪਤਾ ਨਹੀਂ ਜਿਸ ਤਰ੍ਹਾਂ ਉਸ ਬਿੱਲੀ ਨੇ ਝਪਟ ਮਾਰੀ ਚੂਹੇ ਨੂੰ ਦੇਖ ਕੇ, ਇਹਨੇ ਮਨ ਨੇ ਕਦੋਂ ਝਪਟ ਕਿਹੜੇ ਪਾਸੇ ਸਾਨੂੰ ਗਿਰਾ ਦੇਣਾ ਹੈ, ਕਿਹੜੇ ਵੇਲੇ ਵਿਸ਼ੇ ਬਕਾਰਾਂ ਵਿੱਚ ਸਾਨੂੰ ਜਲੀਲ ਕਰਨਾ ਹੈ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਜਦ ਤੱਕ ਅਸੀਂ ਅੰਦਰ ਨਹੀਂ ਜਾਂਦੇਗੇ ਅਸੀਂ ਲੱਤ ਪਸਾਰ ਕੇ ਪੈ ਨਹੀਂ ਸਕਦੇਗੇ, ਬੇਖਬਰ ਨਹੀਂ ਹੋ ਸਕਦੇਗੇ ਕਿਉਂਕਿ ਦੁਸ਼ਮਣ ਤਾਂ ਸਾਡੇ ਘਰ ਅੰਦਰ ਹੈ। ਸੋ ਇਸ ਵਾਸਤੇ ਪਤਾ ਨਹੀਂ ਉਹਨੇ ਕਿਸ ਵੇਲੇ ਸਾਨੂੰ ਪਕੜ ਲੈਣਾ ਹੈ, ਕਿਸ ਵੇਲੇ ਧੋਖਾ ਦੇ ਦੇਣਾ ਹੈ। ਸੋ ਸਾਨੂੰ ਵੀ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਹਿਣ ਦੇ ਮੁਤਾਬਕ ਸ਼ਬਦ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਪਵਿੱਤਰ ਬਣਾਈਏ। ਜੋ ਮਨੁੱਖਾ ਜਨਮ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਇਸ ਦਾ ਪੂਰਾ ਅਸੀਂ ਫਾਇਦਾ ਉਠਾਈਏ। ਗੁਰੂ ਸਾਹਿਬ ਕਹਿੰਦੇ ਹੈ ਸਾਨੂੰ ਇਸ ਤਰ੍ਹਾਂ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿ ਦਿਵਸ ਗਵਾਇਆ ਖੇਲ ਕੇ ਰਾਤ ਗਵਾਈ ਸੋਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਸਾਨੂੰ ਦਿਨ ਦੁਨੀਆ ਦੇ ਧੰਦਿਆਂ ਵਿੱਚ ਨਹੀਂ ਗਵਾਉਣਾ ਚਾਹੀਦਾਗਾ, ਉਸ ਪਰਮਾਤਮਾ ਦਾ ਵੀ ਕੁਛ ਨਾ ਕੁਛ ਗੁਣਗਾਨ ਕਰਨਾ ਚਾਹੀਦਾ ਹੈ। ਰਾਤ ਅਸੀਂ ਸੋ ਕੇ ਲੰਘਾ ਦਿੰਦੇ ਹਾਂ। ਇਹ ਹੀਰਾ ਜੋ ਜਨਮ ਹੈ ਇਹ ਇੱਕ ਹੀਰੇ ਦੇ ਨਾਲ ਤੁਲਨਾ ਦਿੱਤੀ ਹੋਈ ਹੈ। ਹੀਰਾ ਤਾਂ ਸਾਨੂੰ ਫੇਰ ਵੀ ਕਿਸੇ ਕੀਮਤ ਤੇ ਮਿਲ ਜਾਂਦਾ ਹੈ ਲੇਕਿਨ ਇਨਸਾਨ ਦਾ ਜਾਮਾ ਜਿਹੜਾ ਹੈ ਇਹ ਕਿਸੇ ਵੀ ਕੀਮਤ ਤੇ ਨਹੀਂ ਮਿਲਦਾਗਾ। ਰਾਜੇ ਰਣਜੀਤ ਦੀ ਜੀਵਨ ਦੇ ਇੱਕ ਘਟਨਾ ਹੈ। ਇੱਕ ਮਰਾਸੀ ਉਸ ਦੇ ਪਾਸ ਮੰਗਣ ਵਾਸਤੇ ਗਿਆ ਔਰ ਉਸ ਦੀ ਸਦਾ ਕੀਤੀ ਜਾ ਕੇ ਕਾਫੀ ਕਿਹਾ ਤੂੰ ਮਹਾਰਾਜ ਹੈ, ਤੂੰ ਮੋਤੀ ਦਾਨ ਕਰਦਾ ਹੈ, ਜੈਸਾ ਕਿ ਮੰਗਣ ਵਾਲੇ ਦਾ ਸੁਭਾਅ ਹੁੰਦਾ ਹੈ। ਉਸ ਨੂੰ ਕਾਫੀ ਕੁਛ ਕਿਹਾ। ਉਹ ਕਹਿੰਦਾ ਵੀ ਤੇਰਾ ਕੀ ਨਾਂ ਹੈ? ਕਹਿੰਦਾ ਜੀ ਨਾਂ ਤਾਂ ਮੇਰਾ ਕਰਮਦੀਨ ਹੈ ਪਰ ਮੈਂ ਕਰਮਾਂ ਦਾ ਹੀਣਾ ਹਾਂ। ਉਹ ਕਹਿੰਦਾ ਕਿਉਂ ਬਈ ਇਹ ਕੀ ਗੱਲ ਹੈ? ਕਹਿਣ ਲੱਗਿਆ ਜੀ ਮੈਂ ਨੂੰ ਕੋਈ ਪਰਮਾਤਮਾ ਨੇ ਦਿੱਤਾ ਨਹੀਂ, ਪਰਮਾਤਮਾ ਨੇ ਬੇਇਨਸਾਫੀ ਕੀਤੀ ਹੈ। ਉਹ ਕਾਫੀ ਉਹਨਾਂ ਨੇ ਸਮਝਾਇਆ ਵੀ ਤੈਨੂੰ ਹਿੰਮਤ ਕਰਨੀ ਚਾਹੀਦੀ ਹੈ, ਕਮਾਈ ਕਰਨੀ ਚਾਹੀਦੀ ਹੈ, ਪਰਮਾਤਮਾ ਨੇ ਤੈਨੂੰ ਕਮਾਈ ਕਰਨ ਦਾ ਮੌਕਾ ਦਿੱਤਾ ਹੈ। ਆਖਰ ਉਹ ਕਹਿਣ ਲੱਗਾ ਤੇਰੇ ਤੇ ਤਾਂ ਬੜੀ ਹੀ ਪਰਮਾਤਮਾ ਨੇ ਦਇਆ ਕੀਤੀ ਹੋਈ ਹੈ, ਤੈਨੂੰ 2 ਅੱਖਾਂ ਦਿੱਤੀਆਂ ਹਨ, ਮੈਨੂੰ 1 ਅੱਖ ਦਿੱਤੀ ਹੈ। ਤੂੰ ਇਉਂ ਕਰ 1000 ਰੁਪਇਆ ਲੈ ਲੈ, ਮੈਨੂੰ ਤੂੰ ਆਪਦੀ 1 ਅੱਖ ਦੇ ਦੇ। ਉਹ ਹੁਣ ਘਬਰਾਇਆ ਤੋ ਰਾਜਾ ਰਣਜੀਤ ਸਾਹਿਬ ਕਹਿਣ ਲੱਗਿਆ ਵੀ ਜੇ ਇਹ ਥੋੜੇ ਆ ਤਾਂ ਮੈਂ ਤੈਨੂੰ 5000 ਦੇ ਦਿੰਦਾ ਹੈ। ਹੁਣ ਦਿਲ ਦੇ ਵਿੱਚ ਖਿਆਲ ਆਇਆ ਕਿ ਰਾਜਾ ਹੈ, ਮਤਾ ਮੇਰੀ ਕਿਤੇ ਅੱਖ ਨਾ ਕੱਢ ਲਵੇ। ਸਾਤੇ ਭੁੱਲ ਗਈਆਂ, ਸੱਤੇ ਸੁਦਾ ਭੁੱਲ ਗਈਆਂ ਕਿ ਇੱਥੋਂ ਕਿਵੇਂ ਜਾਨ ਛਡਾਵਾਂ। ਉਹ ਕਹਿਣ ਲੱਗਿਆ ਦੇਖ ਓਏ ਪਰਮਾਤਮਾ ਤਾਂ ਸਭ ਨੂੰ ਦਿੰਦਾ ਹੈ, ਜਦ ਤੂੰ ਇੱਕ ਅੰਗ ਕਿਸੇ ਕੀਮਤ ਤੇ ਮੈਨੂੰ ਦੇਣ ਵਾਸਤੇ ਤਿਆਰ ਨਹੀਂ, ਉਸ ਪਰਮਾਤਮਾ ਨੇ ਤੈਨੂੰ ਕਿੰਨੇ ਅੰਗ ਮੁਫਤ ਦੇ ਵਿੱਚ ਦਿੱਤੇ ਹੈ। ਸੋ ਇਸੇ ਤਰ੍ਹਾਂ ਪਰਮਾਤਮਾ ਨੇ ਸਾਨੂੰ ਆਪਣਾ ਜੀਵਨ ਦਿੱਤਾ ਹੈ ਔਰ ਖੁਦ ਸਾਡੀ ਸੰਭਾਲ ਕਰਨ ਵਾਸਤੇ ਸਾਡੇ ਅੰਦਰ ਬੈਠ ਗਿਆ ਹੈ। ਸਤਿਗੁਰਾਂ ਨੇ ਵੀ ਸਾਨੂੰ ਨਾਮ ਲਫ਼ਜ਼ ਨਹੀਂ ਹੁੰਦਾ, ਉਹਨੇ ਵੀ ਆਪਣੀ ਆਤਮਾ ਦਾ ਦਾਨ ਸਾਨੂੰ ਦਿੱਤਾ ਹੈ। ਆਪਣਾ ਜੀਵ ਸਾਡੇ ਅੰਦਰ ਉਸਨੇ ਰੱਖਿਆ ਹੋਇਆ ਹੈ, ਆਪਣਾ ਆਪ ਸਾਡੇ ਅੰਦਰ ਬੈਠਾ ਹੋਇਆ ਹੈ। ਸੋ ਇਸ ਵਾਸਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸ਼ਬਦ ਨਾਮ ਦੀ ਕਮਾਈ ਕਰਕੇ ਉਸ ਜੀਵਨ ਨੂੰ ਅਸੀਂ ਸਫਲ ਬਣਾਈਏ ਜਿਹੜਾ ਕਿ ਕਿਸੇ ਵੀ ਕੀਮਤ ਤੇ ਨਹੀਂ ਮਿਲਦਾਗਾ। ਜਿਸ ਤਰ੍ਹਾਂ ਉਹਨੇ ਕਿਹਾ ਸੀ ਕਿ ਤੂੰ ਮੈਨੂੰ 1 ਅੱਖ ਦੇ ਦੇ, ਜੋ ਮਰਜ਼ੀ ਪੈਸੇ ਲੈ ਲਾ, ਦੇਣ ਵਾਸਤੇ ਤਿਆਰ ਨਹੀਂ ਸੀ। ਕਿ ਪਰਮਾਤਮਾ ਨੇ ਕਦੇ ਕਿਸੇ ਅੰਗ ਦਾ ਮੁੱਲ ਮੰਗਿਆ ਕਿਸੇ ਤੋਂ? ਉਹ ਸਾਨੂੰ ਸਭ ਨੂੰ ਮੁਫਤ ਦੇ ਵਿੱਚ ਹੀ ਦੇ ਦਿੰਦਾ ਹੈ। ਇਸੇ ਤਰ੍ਹਾਂ ਸੰਤ ਸਤਿਗੁਰੂ ਵੀ ਆਪਣੀ ਜੋ ਤਾਲੀਮ ਹੈ, ਆਪਣੀ ਜੋ
ਸਾਰੀ ਜ਼ਿੰਦਗੀ ਦੀ ਪੂੰਜੀ ਹੁੰਦੀ ਹੈ ਨਾਮ ਦੀ ਕਮਾਈ, ਉਹ ਸਾਨੂੰ ਮੁਫਤ ਦੇ ਵਿੱਚ ਦਿੰਦੇ ਆ, ਸਾਡੇ ਉੱਤੇ ਆਸਾਨ ਤੱਕ ਵੀ ਨਹੀਂ ਕਰਦੇਗੇ। ਅਗਰ ਕੋਈ ਮੁਫਤ ਦੇ ਸੇਵਾਦਾਰ ਹੈ ਉਹ ਮਾਲਕ ਦੇ ਪਿਆਰੇ ਹੁੰਦੇ ਹੈ। ਸੋ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਨਾਮ ਦੀ ਕਮਾਈ ਕਰਕੇ ਆਪਣੇ ਜੀਵਨ ਨੂੰ ਸੁਖਲ ਬਣਾਈਏ। ਸਤ ਗੁਰ ਕੀ ਮਹਿਮਾ ਸਤ ਗੁਰ ਜਾਣੈ, ਜੋ ਕਿਛ ਕਰੇ ਸੋ ਆਪਣ ਪਾਣੈ। ਸਾਧੂ ਤੂਰ ਜਾਚੈ ਜਨ ਤੇਰੇ, ਨਾਨਕ ਸਦ ਕੁਰਬਾਨ